ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਹਿਗੁਰੂ ਜੀ ਦੀ ਬਖਸ਼ਿਸ਼ 130 ਦਿਨ ਹੋ ਗਏ ਆ ਕਿ ਅਸੀਂ ਇਸੇ ਤਰ੍ਹਾਂ ਸੰਗਤ ਰੂਪ ਦੇ ਵਿੱਚ ਤਕਰੀਬਨ 500 ਦੇ ਕਰੀਬ ਪਰਿਵਾਰ ਜੁੜਦੇ ਆ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਸੋ ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਜਾਪ ਦੀ ਸੇਵਾ ਬੱਚਿਆਂ ਵੱਲੋਂ ਲਈ ਜਾ ਰਹੀ ਹੈ ਤੇ ਅੱਜ ਦਾ ਬੱਚਾ ਜਿਹੜਾ ਤਰਨਦੀਪ ਕੌਰ ਜੀ ਜ਼ੋਨ ਰੋਪੜ ਤੋਂ PPP ਨੰਬਰ 15476 ਸਭ ਦਾ ਸਵਾਗਤ ਹੈ ਜੀ। ਆਓ ਜਾਪ ਦੇ ਨਾਲ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੇਟਾ ਸ਼ੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨ ਬੇਟੀ ਤਰਨਦੀਪ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਜਾਪ ਦੀ ਸੇਵਾ ਜਿਹੜੇ ਸਾਰੇ ਬੱਚੇ ਲੈਣ। ਹਰ ਰੋਜ਼ ਸਕਰੀਨ ਸ਼ੇਅਰ ਕੀਤੀ ਜਾਂਦੀ ਹੈ, ਫੋਨ ਨੰਬਰ ਦੱਸੇ ਜਾਂਦੇ ਆ, ਉਸ ਤੇ ਆਪਣਾ ਨਾਮ ਨੋਟ ਕਰਵਾਉਣ ਜੀ। ਵਾਰੀ ਅਨੁਸਾਰ ਸਾਰਿਆਂ ਦੀ ਵਾਰੀ ਆਵੇਗੀ। ਸੋ ਹੁਣ ਕੀਰਤਨ ਦਾ ਆਨੰਦ ਮਾਣਦੇ ਆ ਜੀ। ਵਾਹਿਗੁਰੂ ਦੀ ਬਖਸ਼ਿਸ਼ ਕਿੱਥੇ ਮੋਹਾਲੀ ਤੋਂ ਗੁਰਪਾਰਸ ਸਿੰਘ ਜੀ ਕੀਰਤਨ ਦੇ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਬੇਟਾ ਸ਼ੁਰੂ ਕਰੋ। कंचन हो यारा गुर पारस दो ज्योति ज्योत मिलाए ज्योति ज्योत ज्योति ज्योत मिलाए ज्योति ज्योत मिलाए ज्योति ज्योत मिलाए काया गढ़ सोया राम काया गढ़ सोया राम काया गढ़ सोया राम
क्यों सास गिरास विसारिए, क्यों सास गिरास विसारिए, अदृष्ट अगोचर पकड़िया गुर शब्दी, अदृष्ट अगोचर पकड़िया गुर शब्दी, हाँ सतगुर के बलिहारिए, हाँ सतगुर के बलिहारिए, हाँ सतगुर के बलिहारिए, हाँ सतगुर के बलिहारिए, गुर पारस हमरो, गुर पारस हमरो। सतगुर आगे शीस पेट देओ, सतगुर आगे शीस पेट देओ, जे सतगुर साच पावे, जे सतगुर साच पावे, आपे दया करो प्रभु दाते, आपे दया करो प्रभु दाते, नानक अंक समावे, नानक अंक समावे, नानक अंक समावे, नानक अंक समावे, गुर पारस हमरो, गुर पारस हमरो, गुर पारस हमरो, गुर पारस हमरो। वाहिगुरु जी का खालसा, वाहिगुरु जी की फतेह। ਸੋ ਗੁਰਪਾਰਸ ਸਿੰਘ ਜੀ ਬਹੁਤ ਹੀ ਵਧੀਆ ਤੁਸੀਂ ਕੀਰਤਨ ਦੀ ਹਾਜ਼ਰੀ ਲਵਾਈ ਹੈ ਜੀ, ਬਹੁਤ ਧੰਨਵਾਦ। ਬੜੀ ਪ੍ਰੈਕਟਿਸ ਕੀਤੀ ਹੋਈ ਹੈ ਤੁਸੀਂ ਰਾਗਾ ਦਾ, ਜਿਹੜਾ ਤੁਸੀਂ ਆਪਣੀ ਪ੍ਰੈਕਟਿਸ ਕੀਤੀ ਹੈ, ਬੜੀ ਘਾਲਣਾ ਘਾਲੀ ਹੋਈ ਹੈ। ਸੋ ਬਹੁਤ ਧੰਨਵਾਦ ਆਪ ਜੀ ਦਾ, ਜੋ ਆਪ ਜੀ ਨੇ ਅੱਜ ਸ਼ਾਮ ਦਾ ਰਾਗ, ਸਮੇਂ ਦਾ ਰਾਗ ਜੋ ਸਾਨੂੰ ਸਾਰਿਆਂ ਨੂੰ ਸਰਵਨ ਕਰਵਾਇਆ ਜੀ। ਸੋ ਅੱਜ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਵਾਈਸ ਪ੍ਰਿੰਸੀਪਲ ਬਲਰਾਜ ਸਿੰਘ ਜੀ ਨੀਚੀ ਮੰਗਲੀ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਜੀ ਆਪਣੀ ਵੀਡੀਓ ਨੂੰ ਸਟਾਰਟ ਕਰਨਗੇ ਤੇ ਉਹਨਾਂ ਦਾ ਜਿਹੜਾ ਵਿਸ਼ਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨ ਜਾ ਰਹੇ ਹਾਂ ਜਦ ਤੱਕ ਉਹ ਜੁਆਇਨ ਕਰਦੇ ਨੇ ਜੀ। ਉਹਨਾਂ ਦਾ ਵਿਸ਼ਾ ਹੈ ਗੁਰਬਾਣੀ ਤੇ ਸਿੱਖਿਆ। ਬੇਨਤੀ ਹੈ ਜੀ ਵਿਸ਼ਾ ਨੋਟ ਕੀਤਾ ਜਾਵੇ। ਵਿਸ਼ਾ ਹੈ ਜੀ ਗੁਰਬਾਣੀ ਤੇ ਸਿੱਖਿਆ। ਸਰਦਾਰ ਬਲਰਾਜ ਸਿੰਘ ਜੀ ਨੀਚੀ ਮੰਗਲੀ ਤੋਂ। ਹਾਂਜੀ, बहुत ही प्यारे बच्चों, सब तो पहला गुरु दी बख्शिश कीती फतेह प्रवान करना। वाहिगुरु जी का खालसा, वाहिगुरु जी की फतेह। मेरी आवाज आ रही है जी सारे नूं? हाँ जी, ठीक है। हाँ जी, हाँ जी, बहुत ही प्यारे बच्चों, ये जिहड़ा प्रोग्राम चल रहा उपराला करोना के दौर दे विच बहुत ही वधिया, वध तो वध दूर दुराडे बैठे बच्चे भी देखो इस दे नाल जुड़े हुए ने ते इस लड़ी दी एक कड़ी दा जो मैं एक जरिया बनिया साडे जिथे मैं जॉब ही करदा पिंड मंगली नीवी मंगली नीची, साडे सरदार भाई सरबजीत सिंह जी वाईसी ने जिहड़े लुधियाना तो, उन्हां दे नाल उन्हां दे किरपा दे नाल थोड़ा बहुत सानू भी सुनन नूं मिल जांदा, कुछ ज्ञान मिल जांदा। ते उन्हां दा हुक्म होया कि तुसी भी एक दिन जरूर अपना लैक्चर देना। मैं कहा चलो जो मत जां बुद्ध परमात्मा ने दित्ती है उस दे मुताबक जो हुक्म आप जी दा जो विचार ने वो
ਜ਼ਰੂਰ ਜੀ ਸਾਂਝੇ ਕਰਾਂਗੇ। ਸੋ ਬੱਚਿਓ, ਅੱਜ ਦਾ ਜਿਹੜਾ ਸਾਡਾ ਵਿਸ਼ਾ ਗੁਰਬਾਣੀ ਅਤੇ ਸਿੱਖਿਆ, ਜੇ ਅਸੀਂ ਇਸ ਨੂੰ ਕਹਿ ਲਈਏ ਕਿ ਗੁਰਬਾਣੀ ਅਤੇ ਸਿੱਖਿਆ ਇੱਕ ਹੀ ਸਿੱਕੇ ਦੇ ਦੋ ਪਾਸੇ ਨੇ। ਅਸੀਂ ਇਹਨਾਂ ਨੂੰ ਆਪਸ ਵਿੱਚੋਂ ਨਿਖੇੜ ਨਹੀਂ ਸਕਦੇ। ਨਿਖੇੜਨਾ ਮਤਲਬ ਅਲੱਗ-ਅਲੱਗ ਨਹੀਂ ਕਰ ਸਕਦੇ। ਮੈਂ ਥੋੜ੍ਹਾ ਸੌਖਾ ਬੋਲਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਇਹਦੇ ਵਿੱਚ ਕੁਛ ਬੱਚੇ ਇਹੋ ਜਿਹੇ ਵੀ ਨੇ ਜਿਹੜੇ ਇੰਗਲਿਸ਼ ਮੀਡੀਅਮ 'ਚ ਪੜ੍ਹਦੇ ਹੋਣਗੇ, ਥੋੜ੍ਹਾ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਨੇ ਉਹਨਾਂ ਨੂੰ ਉਹ ਨਹੀਂ ਕੈਚ ਕਰ ਸਕਦੇ। ਤੇ ਸਾਡੀ ਜਿੱਥੇ ਤੱਕ ਅਸੀਂ ਜੀ ਸਿੱਖਿਆ ਦੀ ਗੱਲ ਕਰਦੇ ਹਾਂ, ਸਿੱਖਿਆ ਨੂੰ ਅਸੀਂ ਦੋ ਤਰ੍ਹਾਂ ਲੈਂਦੇ ਹਾਂ ਕਿ ਇੱਕ ਹੋ ਗਈ ਸਾਡੀ ਜਿਹੜੀ ਦੁਨਿਆਵੀ ਸਿੱਖਿਆ, ਬੱਚੇ ਜਿਵੇਂ ਬੱਚੇ ਸਕੂਲਾਂ 'ਚ ਜਾਂਦੇ ਨੇ, ਦੁਨਿਆਵੀ ਸਿੱਖਿਆ ਹਾਸਲ ਕਰਦੇ ਨੇ, ਕੁਛ ਨੈਤਿਕ ਸਿੱਖਿਆ ਵੀ ਉਹਦੇ ਵਿੱਚ ਹਾਸਲ ਕਰਦੇ ਨੇ। ਤੇ ਇੱਕ ਹੁੰਦੀ ਆ ਅਧਿਆਤਮਿਕ ਤੌਰ ਤੇ ਸਿੱਖਿਆ, ਪਰਮਾਤਮਾ ਨਾਲ ਸੰਬੰਧਿਤ ਸਿੱਖਿਆਵਾਂ ਨੇ ਜਿਹੜੀਆਂ। ਇਹਦੇ ਵਿੱਚ ਜੇ ਅਸੀਂ ਦੇਖੀਏ ਗੁਰਬਾਣੀ ਦੇ ਵਿੱਚ, ਗੁਰਬਾਣੀ ਦਾ ਦਾਇਰਾ, ਗੁਰਬਾਣੀ ਗੁਰੂ ਦੀ ਬਾਣੀ, ਇੰਨਾ ਦਾਇਰਾ ਵਿਸ਼ਾਲ ਆ। ਇਸ ਦੇ ਵਿੱਚ ਦੁਨਿਆਵੀ ਸਿੱਖਿਆ ਵੀ ਇਹਦੇ ਵਿੱਚ ਆ ਗਈ, ਅਧਿਆਤਮਿਕ ਸਿੱਖਿਆ ਤੇ ਇਹਦੇ ਵਿੱਚ ਹੈ ਹੀ ਹੈ, ਨੈਤਿਕ ਸਿੱਖਿਆ ਦਾ ਤਾਂ ਕੋਈ ਅੰਤ ਹੀ ਨਹੀਂ। ਸ਼ਾਇਦ ਬੱਚਿਆਂ ਨੂੰ ਨੈਤਿਕ ਸਿੱਖਿਆ ਦੀ ਸ਼ਾਇਦ ਨਾ ਸਮਝ ਲੱਗੀ ਹੋਵੇ, ਮੈਂ ਥੋੜ੍ਹੇ ਚਿਰ ਦੱਸਦਾ। ਨੈਤਿਕ ਸਿੱਖਿਆ ਉਦਾਹਰਨ ਦੇ ਤੌਰ ਤੇ ਇੱਕ ਦੋ ਮੈਂ ਉਹਦੀਆਂ ਉਦਾਹਰਨਾਂ ਦੇਵਾਂ ਤੁਹਾਨੂੰ। ਨੈਤਿਕ ਤੌਰ ਤੇ ਜਿਵੇਂ ਕਹੋ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਸਾਨੂੰ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ, ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਭਾਵਨਾ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਇਸ ਉਦਾਹਰਨ ਦੇ ਤੌਰ ਤੇ ਮੈਂ ਦੱਸ ਰਿਹਾ, ਇਸ ਨੂੰ ਕਹਿੰਦੇ ਨੇ ਨੈਤਿਕਤਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਐਟੀਕੇਟਸ, ਫਲਾਣੇ ਨੂੰ ਐਟੀਕੇਟਸ ਨਹੀਂ ਹੈਗੇ, ਮਤਲਬ ਉਹਨੂੰ ਬੋਲਣ ਦਾ ਨਹੀਂ ਪਤਾ, ਵੱਡੇ ਦੇ ਮੂਹਰੇ ਕਿਵੇਂ ਬੋਲਣਾ ਉਹਨੂੰ ਨਹੀਂ ਪਤਾ। ਇਹਦਾ ਮਤਲਬ ਉਸ ਦੇ ਵਿੱਚ ਕਿਤੇ ਸਿੱਖਿਆ ਦੀ ਘਾਟ ਆ। ਜਿੱਥੇ ਤੱਕ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਗੁਰਬਾਣੀ ਤਾਂ ਸਾਨੂੰ ਹਰ ਇੱਕ ਤਰ੍ਹਾਂ ਦੀ ਸਿੱਖਿਆ ਦਿੰਦੀ ਆ। ਜਿਸ ਤਰ੍ਹਾਂ ਪਹਿਲੇ ਮੈਂ ਕਹਿ ਹਟਿਆ ਕਿ ਕੋਈ ਪੱਖ ਸਾਡੀ ਜ਼ਿੰਦਗੀ ਦਾ ਇਸ ਤੋਂ ਵਿਰਵਾ ਨਹੀਂ ਹੈ, ਇਸ ਤੋਂ ਬਿਨਾਂ ਨਹੀਂ ਹੈ। ਹਾਂ, ਸ਼ਰਤ ਇਹ ਹੈ ਕਿ ਅਸੀਂ ਗੁਰੂ ਤੋਂ ਪੁੱਛਣ ਵਾਲੇ ਬਣੀਏ। ਅਸੀਂ ਗੁਰੂ ਤੋਂ ਪੁੱਛੀਏ ਸਾਨੂੰ ਆਹ ਸਿੱਖਿਆ ਦੀ ਲੋੜ ਹੈ, ਤੇ ਸਾਨੂੰ ਉਹ ਹੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲੂਗੀ। ਗੁਰੂ ਸਾਹਿਬ ਦੀ ਇੰਨੀ ਸਾਡੇ ਤੇ ਕਿਰਪਾ ਹੈ। ਇਸ ਦੇ ਨਾਲ ਸੰਬੰਧਿਤ ਥੋੜ੍ਹੀਆਂ ਅਸੀਂ ਵਿੱਚੋਂ ਉਦਾਹਰਨਾਂ ਵੀ ਦੇਵਾਂਗੇ, ਜਿਹਦੇ ਨਾਲ ਬੱਚਿਆਂ ਨੂੰ ਜਿਹੜਾ ਸੌਖਾ ਪਤਾ ਲੱਗ ਸਕੇ। ਦੇਖੋ, ਇਹ ਸਿੱਖਿਆ ਬੱਚੋ ਆਵੇ ਕਿਵੇਂ, ਸਾਨੂੰ ਗੁਰਬਾਣੀ ਦੇ ਰਾਹੀਂ ਸਿੱਖੀਏ ਕਿਵੇਂ, ਵੀ ਸਾਨੂੰ ਗੁਰੂ ਸਾਹਿਬ ਹੀ ਸਮਝਾਉਂਦੇ ਨੇ। ਮੇਰੀ ਮਤ ਥੋਰੀ ਰਾਮ, ਆਪਣੀ ਮਤ ਨਹੀਂ ਹੈ। ਜੇ ਕਹੀਏ ਅਸੀਂ ਆਪਣੀ ਮਤ ਦੇ ਨਾਲ ਅਸੀਂ ਕੁਝ ਕਰ ਸਕਦੇ ਹਾਂ, ਅਸੀਂ ਆਪਣੀ ਮਤ ਦੇ ਨਾਲ ਤਾਂ ਕੁਛ ਨਹੀਂ ਕਰ ਸਕਦੇ। ਗੁਰੂ ਦੀ ਮਤ ਲੈ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਸਿੱਖਿਆ ਗ੍ਰਹਿਣ ਕਰ ਸਕਦੇ ਹਾਂ। ਤੇ ਜਿੱਥੇ ਗੁਰੂ ਸਾਹਿਬ ਇੱਕ ਜਗ੍ਹਾ ਲਿਖਦੇ ਨੇ, ਸਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ। ਸਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ। ਹੁਣ ਸਾਡੇ ਅੱਜ ਦੇ ਸਮੇਂ ਦੇ ਵਿੱਚ ਤਾਂ ਦੇਖੋ ਘੜੀਆਂ ਆ ਗਈਆਂ, ਹੁਣ ਤਾਂ ਮਿੰਟ ਸਕਿੰਟ ਆ ਗਈ ਆ। ਪਹਿਲਾਂ ਪਹਿਰ ਹੀ ਹੁੰਦੇ ਸੀਗੇ। ਕਿੰਨੇ ਪਹਿਰ ਹੁੰਦੇ ਸੀ? 8 ਪਹਿਰ। 8 ਪਹਿਰ 24 ਘੰਟੇ ਦੇ ਵਿੱਚ ਦਿਨ ਰਾਤ ਨੂੰ ਮਿਲਾ ਕੇ ਮੋਟਾ-ਮੋਟਾ ਹਿਸਾਬ ਕਿਤਾਬ ਲਾਇਆ ਜਾਂਦਾ ਸੀ ਜਿਹੜਾ, ਉਹਦੇ ਵਿੱਚ ਹੁੰਦੇ ਸੀ 8 ਪਹਿਰ। 8 ਪਹਿਰਾਂ ਦੇ ਵਿੱਚੋਂ ਜੇਕਰ ਗੁਰੂ ਸਾਹਿਬ ਕਹਿੰਦੇ ਇਹ 7 ਪਹਿਰ, ਮਤਲਬ 8 ਹਿੱਸਿਆਂ ਚੋਂ 7 ਹਿੱਸੇ ਕਿਹਦੇ ਕੋਲ ਬੈਠੀਏ, ਕੀ ਕਰੀਏ? ਬਹੀਏ ਪੜਿਆ ਪਾਸ। ਪੜਿਆ ਕੋਲ ਬੈਠੋ, ਜਿਹੜੇ ਪੜ੍ਹੇ ਹੋਏ ਨੇ। ਕੀ ਪੜ੍ਹੇ ਹੋਏ ਨੇ? ਜਿਨ੍ਹਾਂ ਨੇ PhD ਕੀਤੀ ਆ, MA ਕੀਤੀ ਆ, B.Ed ਕੀਤੀ ਆ, ਜਾਂ ਕੋਈ ਹੋਰ ਰਿਸਰਚ ਕਰ ਰਹੇ ਨੇ, ਉਹਨਾਂ ਕੋਲੇ
ਨਹੀਂ, ਇੱਥੇ ਉਹ ਪੜ੍ਹਿਆ ਨਹੀਂ। ਇੱਥੇ ਗੁਰਬਾਣੀ ਤੇ ਸਿੱਖਿਆ ਦੇ ਸੰਦਰਭ 'ਚ ਜਦੋਂ ਉਹਦੇ ਪ੍ਰਸੰਗ 'ਚ ਕੰਟੈਕਸਟ 'ਚ ਗੱਲ ਕਰਾਂਗੇ ਅਸੀਂ ਉਹ ਪੜ੍ਹਿਆਂ ਕੋਲੇ ਨਹੀਂ, ਉਹ ਪੜ੍ਹੇ ਕਈ ਜਿਹੜੇ ਅਨਪੜ੍ਹ ਵੀ ਉਹਨਾਂ ਪੜ੍ਹਿਆਂ ਦੇ ਨਾਲੋਂ ਅੱਗੇ ਨੇ, ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੀ ਸੁਰਤ ਗੁਰਬਾਣੀ ਦੇ ਵਿੱਚ ਜੁੜ ਜਾਂਦੀ ਹੈ। ਹਾਂਜੀ, ਸਕਰੀਨ ਤੇ ਆ ਵੀ ਗਿਆ, ਦੇਖੋ ਉੱਥੇ ਨੀਚੇ ਉਸਦੀ ਵਿਆਖਿਆ ਵੀ ਲਿਖੀ ਹੈ ਕਿ ਆ 7 ਪਹਿਰ ਬਾਕੀ ਦੇ ਆ ਚੰਗਾ ਆਚਰਣ ਬਣਾਉਣਾ ਸੀ। ਦੇਖੋ ਲਿਖਿਆ, ਤੁਸੀਂ ਦੇਖ ਰਹੇ ਹੋ, ਅਸੀਂ 7 ਪਹਿਰਾਂ ਦੇ ਵਿੱਚ 24 ਘੰਟਿਆਂ ਦੇ ਵਿੱਚ ਅਸੀਂ 3-3 ਘੰਟੇ ਹਿੱਸੇ ਕਰ ਲਈਏ, ਉਸਦੇ 21 ਘੰਟੇ ਮਤਲਬ ਇਹ ਬਣੇ ਕਿ ਸਾਨੂੰ ਉਹ ਸਾਰੇ 21 ਘੰਟੇ ਵੀ ਸਾਨੂੰ ਆਪਣਾ ਚੰਗਾ ਆਚਰਣ ਬਣਾਉਣ ਲਈ ਲਾਉਣੇ ਚਾਹੀਦੇ। ਤੇ 7 ਸੱਸਾ ਤੱਤੇ ਨੂੰ ਔਂਕੜ ਦਾ ਮਤਲਬ ਉੱਚਾ ਆਚਰਣ ਬਣਾਉਣ ਦੇ ਵਿੱਚ ਸਾਨੂੰ ਲਾਉਣੇ ਚਾਹੀਦੇ ਨੇ। ਤੇ ਹੁਣ ਪੜ੍ਹਿਆਂ ਪਾਸ ਮਤਲਬ ਗੁਰਮੁਖਾਂ ਕੋਲ, ਗੁਰਮੁਖ ਬੱਚੇ ਹੁਣ ਜਿਹੜੀਆਂ ਲਗਾਤਾਰ ਕਲਾਸਾਂ ਲਾਉਂਦੇ ਨੇ ਜਾਣਦੇ ਹੋਣਗੇ ਗੁਰਮੁਖ ਕੌਣ ਹੁੰਦੇ ਨੇ, ਮਨਮੁਖ ਕੌਣ ਹੁੰਦੇ ਨੇ। ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਤੇ ਗੁਰੂ ਦੇ ਪਿੱਛੇ ਚੱਲਣ ਵਾਲੇ, ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲੇ ਗੁਰਮੁਖ ਹੁੰਦੇ ਨੇ। ਬੱਚਿਓ, ਇਹ ਜਿਹੜੀ ਵਿਦਿਆ ਦੀ ਰੌਸ਼ਨੀ ਹੈ ਨਾ, ਇਹਦੇ ਨਾਲ ਸਰਬ ਵਿਆਪਕ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਨੇ। ਇਸ ਵਿਦਿਆ ਦੇ ਨਾਲ ਅਸੀਂ ਇਸ ਰੌਸ਼ਨੀ ਦੇ ਨਾਲ ਅਸੀਂ ਦੂਸਰਿਆਂ ਨੂੰ ਵੀ ਰੌਸ਼ਨੀ ਦੇ ਸਕਦੇ ਹਾਂ। ਇਸ ਕਰਕੇ ਸਾਨੂੰ ਪੜ੍ਹਿਆਂ ਕੋਲ ਉਹਨਾਂ ਗੁਰਮੁਖਾਂ ਦੇ ਕੋਲ ਬੈਠਣਾ ਚਾਹੀਦਾ। ਹੁਣ ਮਤਲਬ ਕਿ ਸਾਨੂੰ ਉਹਨਾਂ ਦੀ ਹੀ ਸੰਗਤ ਕਰਨੀ ਚਾਹੀਦੀ ਹੈ। ਤੇ ਫਿਰ ਇਹਨਾਂ ਦੇ ਕੋਲ ਬੈਠਣ ਨਾਲ ਕੀ ਹੁੰਦਾ? ਅਸੀਂ ਚੰਗੇ ਇਨਸਾਨਾਂ ਕੋਲੇ ਬੈਠਾਂਗੇ, ਗੁਰਮੁਖਾਂ ਕੋਲੇ ਬੈਠਾਂਗੇ, ਉਹਨਾਂ ਦੇ ਨਾਲ ਸਾਡੇ ਵਿੱਚ ਕਈ ਤਰ੍ਹਾਂ ਦੇ ਗੁਣ ਆ ਜਾਣਗੇ। ਗੁਣ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਅਸੀਂ ਲੈਂਦੇ ਹਾਂ ਕਿ ਅਸੀਂ ਕਰਮ ਧਰਮਾਂ 'ਚ ਨਹੀਂ ਫਸਾਂਗੇ, ਪਖੰਡ 'ਚ ਨਹੀਂ ਫਸਾਂਗੇ। ਗੁਰੂ ਸਾਹਿਬ ਲਿਖਦੇ ਨੇ, ਕਰਮ ਧਰਮ ਪਖੰਡ ਜੋ ਦਿਸੈ ਤਿਨ ਜੰਮ ਜਗਾਤੀ ਲੂਟੈ। ਮਤਲਬ ਕਰਮ ਧਰਮ ਕੀ ਹੁੰਦੇ ਨੇ? ਜਿਹੜਾ ਦਿਸਦਾ। ਪਖੰਡ ਜ਼ਿਆਦਾਤਰ ਸਾਡੇ ਸਮਾਜ ਦੇ ਵਿੱਚ ਅਸੀਂ ਉਹ ਕੰਮ ਕਰਦੇ ਹਾਂ ਕਿ ਜਿਹੜਾ ਦੂਜਿਆਂ ਨੂੰ ਦਿਖੇ, ਤੇ ਅਸੀਂ ਕਹਿੰਦੇ ਹਾਂ ਜਿਹੜਾ ਦਿਖਿਆ ਹੀ ਨਹੀਂ ਤੇ ਉਹ ਕਰਨ ਦਾ ਕੀ ਫਾਇਦਾ? ਜੇ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਂ ਦਾ ਪੱਥਰ ਹੀ ਨਹੀਂ ਲਿਆ ਤੇ ਅਸੀਂ ਗੁਰਦੁਆਰਾ ਸਾਹਿਬ ਪੈਸੇ ਦਿੱਤੇ, ਸਾਨੂੰ ਫਾਇਦਾ ਕੀ ਹੋਇਆ? ਜੇ ਸਾਡਾ ਨਾਂ ਹੀ ਨਹੀਂ ਲਿਖਿਆ ਪੱਖੇ ਤੇ, ਤੁਸੀਂ ਦੇਖਿਆ ਹੋ ਗੁਰਦੁਆਰਾ ਸਾਹਿਬ ਤੁਸੀਂ ਕਦੇ ਜਾਵੋ ਤੇ ਉੱਤੇ ਪੱਖਿਆਂ ਦੇ ਉੱਤੇ ਵੀ ਨਾਮ ਲਿਖਾਉਂਦੇ ਨੇ ਲੋਕ। ਮਤਲਬ ਕੀ ਹੈ? ਪਖੰਡ। ਨਾ ਪ੍ਰਮਾਤਮਾ ਕਿੰਨਾ ਦੇ ਰਿਹਾ, ਕਿੰਨੀ ਦੁਨੀਆ ਨੂੰ ਦੇ ਰਿਹਾ, ਕਿਤੇ ਉਸਨੇ ਆਪਣਾ ਨਾਂ ਪਾਇਆ ਵੀ ਮੈਂ ਦਿੱਤਾ ਹੈ? ਨਾ, ਪਤਾ ਨਹੀਂ ਕਿੰਨਾ ਦੇ ਰਿਹਾ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜਗੰਤਰ ਕਾਹੀ ਖਾਏ। ਬੜੇ ਚਿਰਾਂ ਤੋਂ ਦੇ ਰਿਹਾ, ਉਹ ਕਿੰਨਾ ਦੇ ਰਿਹਾ। ਤੇ ਇਹ ਜਿਹੜੇ ਪਖੰਡ ਨੇ, ਹੁਣ ਕਹਿ ਲਓ ਕੋਈ ਪਿੱਪਲ ਨੂੰ ਪਾਣੀ ਪਾ ਰਿਹਾ, ਉਹਦੇ ਪੱਤਿਆਂ ਤੇ ਪਾਣੀ ਪਾ ਰਿਹਾ। ਅੱਛਾ, ਜੇ ਉਹਨਾਂ ਨੂੰ ਪੁੱਛੋ ਤੇ ਕਿਉਂ? ਕਹਿੰਦੇ ਸਾਡੇ ਵੱਡੇ ਕਰਦੇ ਸੀ, ਸਾਡੇ ਪੂਰਵਜ ਕਰਦੇ ਸੀ, ਅਸੀਂ ਵੀ ਕਰਾਂਗੇ। ਤੇ ਇਹ ਪਖੰਡ ਵੀ ਮਨੁੱਖ ਫਿਰ ਛੱਡ ਦਿੰਦਾ। ਕਾਹਦੇ ਨਾਲ? ਗੁਰੂ ਦੀ ਮੱਤ ਦੇ ਨਾਲ, ਪੜ੍ਹਿਆਂ ਹੋਇਆਂ ਦੇ ਪਾਸ ਬੈਠਣ ਨਾਲ। ਫਿਰ ਉਸਨੂੰ ਸਿੱਖਿਆ ਮਿਲਦੀ ਹੈ। ਦੇਖੋ ਸਿੱਖਿਆ ਦਾ ਕਿੰਨਾ ਅਸਰ ਹੁੰਦਾ ਹੈ। ਤੇ ਹੁਣ ਹੋਰ ਕੀ ਅਸਰ? ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਅਸੀਂ ਗੁਰੂ ਦੀ ਇੱਕ ਸਿੱਖਿਆ ਵੀ ਸੁਣ ਲੈਂਦੇ ਹਾਂ ਤਾਂ ਸਾਡੇ ਮੱਤ ਦੇ ਵਿੱਚ, ਦਿਮਾਗ ਦੇ ਵਿੱਚ, ਸਮਝ ਬੂਝ ਦੇ ਵਿੱਚ ਰਤਨ ਜਵਾਹਰ ਮਾਣਕ, ਅੱਜ ਦੀ ਭਾਸ਼ਾ 'ਚ ਇਹਨੂੰ ਕਹਿ ਲਈਏ ਜਿਵੇਂ ਸਾਡੇ ਹੁਣ ਸੋਨਾ, ਚਾਂਦੀ, ਹੀਰੇ, ਡਾਇਮੰਡ, ਉਹਨਾਂ ਦੇ ਤੁੱਲ ਸਾਡੇ ਦਿਮਾਗ ਦੇ ਵਿੱਚ ਵਿਚਾਰ ਆ ਜਾਂਦੇ ਨੇ ਜੇਕਰ ਅਸੀਂ ਗੁਰੂ ਦੀ ਮੱਤ ਨੂੰ ਸੁਣੀਏ, ਗੁਰੂ ਦੀ ਗੱਲ ਨੂੰ ਸੁਣੀਏ। ਤੇ ਭਾਵੇਂ ਹਜ਼ਾਰਾਂ ਚਾਬੀਆਂ ਪਈਆਂ ਹੋਣ, ਤਾਲਾ ਇੱਕ ਹੈ, ਪਰ ਖੁੱਲਣਾ ਕਿਹਦੇ ਨਾਲ ਆ? ਖੁੱਲਣਾ ਉਸ ਦੇ ਨਾਲ ਆ ਜਿਸ ਦੀ
ਚਾਬੀ ਉਸ ਤਾਲੇ ਨੂੰ ਲੱਗੂਗੀ ਤੇ ਉਹ ਗੁਰੂ ਦੀ ਮੱਤ ਦੇ ਨਾਲ ਹੀ ਉਹ ਲੱਗ ਸਕਦੀ ਆ। ਤੇ ਹਜ਼ਾਰਾਂ ਝੂਠੀਆਂ ਚਾਹੇ ਸਿੱਖਿਆਵਾਂ ਵੀ ਸਾਨੂੰ ਕੋਈ ਦੇਵੇ, ਹੁਣ ਗੁਰੂ ਗ੍ਰੰਥ ਸਾਹਿਬ ਤੋਂ ਜੇ ਉਲਟ ਅਸੀਂ ਰਸਤੇ ਤੇ ਚੱਲਾਂਗੇ, ਬਹੁਤ ਸਾਨੂੰ ਝੂਠੀਆਂ ਸਿੱਖਿਆਵਾਂ ਦੇਣ ਵਾਲੇ ਮਿਲ ਜਾਣਗੇ। ਉਹ ਬੰਦੇ ਦਾ ਕੁਝ ਵੀ ਨਹੀਂ ਸਵਾਰ ਸਕਦੀਆਂ, ਤੁਹਾਡਾ ਕੁਝ ਨਹੀਂ ਸਵਾਰਨਾ ਉਹਨਾਂ ਨੇ, ਤੇ ਸਗੋਂ ਕੀ ਹੋਣਗੀਆਂ, ਸਾਡੇ ਤੇ ਬੋਝ ਹੀ ਬਣ ਜਾਣਗੀਆਂ ਤੇ ਉਹਨਾਂ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੋਣਾ। ਪਰ ਹੁਣ ਕੁਝ ਲੋਕ ਬੱਚੋ ਇਹਨਾਂ ਚੀਜ਼ਾਂ ਤੋਂ ਵਿਰਵੇ ਰਹਿ ਜਾਂਦੇ ਨੇ, ਉਹ ਇਸ ਆਨੰਦ ਦੀ ਅਵਸਥਾ ਦੇ ਵਿੱਚ ਨਹੀਂ ਜਾਂਦੇ। ਕਿਉਂ ਨਹੀਂ ਜਾਂਦੇ? ਸਾਡੇ ਵਰਗੇ ਲੋਭੀ ਤੇ ਆਲਸੀ, ਜ਼ਿਆਦਾਤਰ ਲੋਕ ਲੋਭੀ, ਲਾਲਚੀ, ਆਲਸੀ, ਆਲਸ, ਕਈਆਂ ਦੇ ਵਿੱਚ ਆਲਸੀ ਬੰਦਾ ਚਾਹੁੰਦਾ ਕਿ ਮੈਨੂੰ ਬਿਨਾਂ ਕੁਝ ਕੀਤੇ ਹੀ ਮਿਲ ਜਾਵੇ, ਮੈਨੂੰ ਨਹੀਂ ਲੋੜ ਸਿੱਖਿਆ ਦੀ, ਸਿੱਖਿਆ ਕੋਈ ਨਹੀਂ ਆਪੇ ਰੱਬ ਨੇ ਦੇ ਜਾਣੀ ਆ। ਕਈ ਬੱਚੇ ਵੀ ਇਹੋ ਜਿਹੇ ਹੁੰਦੇ ਨੇ, ਕੋਈ ਗੱਲ ਨਹੀਂ, ਜੋ ਕਰਨਾ ਉਹ ਪਰਮਾਤਮਾ ਨੇ ਕਰਨਾ, ਪਰਸੈਂਟੇਜ ਮੇਰੀ ਕਿਵੇਂ ਵੱਧ ਜੂਗੀ, ਕੋਈ ਨਹੀਂ, ਪਰਮਾਤਮਾ ਨੇ ਪਰਸੈਂਟੇਜ ਵਧਾਉਣੀ ਆ, ਆਪਾਂ ਆਰਾਮ ਨਾਲ ਸੌਂ ਰੋਟੀਆਂ ਖਾ ਕੇ ਰਾਤ ਨੂੰ, ਕੋਈ ਗੱਲ ਨਹੀਂ, ਪਰਮਾਤਮਾ ਦੇ ਹੱਥ ਆ। ਇਹ ਕੀ ਹੈ? ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਸਿੱਖਿਆ ਨਹੀਂ ਸਾਨੂੰ ਦਿੱਤੀ, ਇਸ ਤਰ੍ਹਾਂ ਦੀ ਨਹੀਂ ਦਿੱਤੀ ਵੀ ਤੁਸੀਂ ਕੁਛ ਹੀ ਨਾ ਕਰੋ, ਬਸ ਕਿ ਤੁਸੀਂ ਸਾਰਾ ਕੁਛ ਹੀ ਛੱਡ ਦਿਓ। ਹਾਂ, ਕਿਹੜੇ ਪੁਆਇੰਟ ਤੇ ਛੱਡਣਾ ਉਹ ਵੀ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੋਵੇ। ਮਿਹਨਤ ਕਰਨੀ ਆ, ਉਹ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਤਾਂ ਖੁਦ ਕਰਕੇ ਦਿਖਾਈ ਆ। ਪਹਿਲਾਂ ਕਿਹਾ ਨਹੀਂ, ਖੇਤੀ ਉਹਨਾਂ ਨੇ ਖੁਦ ਕਰਕੇ ਵੀ ਦਿਖਾਈ ਸਾਨੂੰ। ਤੇ ਲੋਭੀ ਲਾਲਚੀ ਬੰਦਾ ਇਸ ਕੰਮ ਦੇ ਵਿੱਚ ਪ੍ਰਾਪਤੀ ਨਹੀਂ ਕਰਦਾ। ਤੇ ਕੀ ਕਹਿੰਦਾ? ਜਦੋਂ ਕਿਰਪਾ ਹੋਈ ਮਿਲ ਜੂ। ਹੁਣ ਇੱਕ ਬੜੀ ਆਲਸੀ ਦੀ ਇੱਕ ਉਦਾਹਰਨ ਦੇਖੋ। ਇੱਕ ਆਲਸੀ ਕੋਲੇ, ਬੜੇ ਸੁਸਤ ਬੰਦੇ ਕੋਲੇ ਇੱਕ ਦਾਨੀ ਆਇਆ, ਕਹਿੰਦਾ ਬਈ ਮੈਨੂੰ ਤੇਰੀ ਹਾਲਤ ਠੀਕ ਨਹੀਂ ਲੱਗਦੀ, ਮੈਂ ਤੇਰੀ ਮਦਦ ਕਰਦਾ, ਲੈ ਤੂੰ ਐ ਕਰ, ਪੈਸੇ ਲੈ ਲਾ, ਮੈਂ ਆਰਥਿਕ ਤੌਰ ਤੇ ਮੈਂ ਤੇਰੀ ਮਦਦ ਕਰਦਾ, ਮੇਰੇ ਤੋਂ ਪੈਸੇ ਲੈ ਲਾ। ਉਹ ਆਲਸੀ ਕਹਿੰਦਾ ਬਈ, ਉਹ ਪਿਆ ਸੀ ਲੇਟਿਆ ਹੋਇਆ, ਕਹਿੰਦਾ ਹਜੇ ਤਾਂ ਮੇਰੀ ਜਿਹੜੀ ਜੇਬ ਆ ਨਾ ਉਹ ਥੱਲੇ ਆਈ ਹੋਈ ਆ, ਮਤਲਬ ਉਹ ਉਸ ਪਾਸੇ ਨੂੰ ਲੇਟਿਆ ਸੀ, ਉਹਦਾ ਗੀਝਾ ਕੁੜਤੇ ਦਾ ਥੱਲੇ ਨੂੰ ਆਇਆ ਸੀ, ਹਜੇ ਤਾਂ ਕਹਿੰਦਾ ਮੇਰੀ ਜੇਬ ਥੱਲੇ ਆਈ ਹੋਈ ਆ, ਤੂੰ ਫੇਰ ਕਿਸੇ ਦਿਨ ਆਈ। ਕਹਿਣ ਦਾ ਮਤਲਬ ਕੀ ਹੈ ਕਿ ਉਹ ਪੈਸੇ ਲੈਣ ਲਈ ਕਹਿੰਦਾ ਹਜੇ ਮੈਂ ਪਾਸਾ ਨਹੀਂ ਲੈ ਸਕਦਾ। ਸਾਡੀ ਕਈਆਂ ਦੀ ਅਵਸਥਾ ਉਹ ਹੁੰਦੀ ਆ ਵੀ ਸਾਨੂੰ ਮਿਲ ਤਾਂ ਸਾਰਾ ਕੁਝ ਜਾਵੇ, ਪਰ ਸਾਡੀ ਹਜੇ ਜੇਬ ਥੱਲੇ ਆਈ ਆ, ਹਜੇ ਪਾਸਾ ਲਵਾਂਗੇ ਤਾਂ ਲਵਾਂਗੇ, ਹਜੇ ਸਾਡੇ 'ਚ ਇੰਨੀ ਹਿੰਮਤ ਨਹੀਂ। ਇੰਨੇ ਜਿਹੜੇ ਆਲਸੀ ਲੋਕ, ਤੇ ਇਹਦੇ ਲਈ ਸਾਨੂੰ ਕੀ ਕਰਨਾ ਪਊਗਾ? ਫਿਰ ਇਹਦੇ ਲਈ ਸਾਨੂੰ ਕੀ ਕਰਨਾ ਪਊ? ਜਿਹੜਾ ਕੁਸੰਗ ਦਾ ਤਿਆਗ ਕਰਨਾ ਪੈਣਾ ਸਾਨੂੰ। ਕੁਸੰਗ, ਕੁਸੰਗ ਕੀ ਆ? ਮਾੜੀ ਸੰਗਤ। ਮਾੜੀ ਸੰਗਤ ਸਾਨੂੰ ਛੱਡਣੀ ਪਊਗੀ। ਮਨੁੱਖ ਨੂੰ ਜਿਵੇਂ ਦੀ ਪ੍ਰੇਰਨਾ ਮਿਲਦੀ ਹੈ, ਮਨੁੱਖ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ, ਉਸੇ ਤਰ੍ਹਾਂ ਦਾ ਹੀ ਹੋ ਜਾਂਦਾ। ਤੇ ਅਸੀਂ ਐਕਚੁਅਲੀ ਕੀ ਹੈ, ਜਿਸ ਤਰ੍ਹਾਂ ਦਾ ਅਸੀਂ ਦੇਖਦੇ ਹਾਂ, ਅਸੀਂ ਇੱਕ ਦਿਨ ਉਸੇ ਤਰ੍ਹਾਂ ਦੇ ਹੀ ਹੋ ਜਾਂਦੇ ਹਾਂ। ਕਈ ਬੱਚੇ, ਹੁਣ ਟੀਵੀ ਦਾ ਪ੍ਰਭਾਵ ਆ, ਟੀਵੀ ਤੇ ਉਹਨਾਂ ਦੇ ਵਾਲ ਕਿਸ ਤਰ੍ਹਾਂ ਕੱਟੇ ਨੇ ਐਕਟਰਾਂ ਦੇ, ਉਹ ਕੱਪੜੇ ਕਿਸ ਤਰ੍ਹਾਂ ਦੇ ਪਾਉਂਦੇ ਨੇ, ਤੇ ਉਹ ਪ੍ਰਭਾਵ ਸਾਡੇ ਤੇ ਪੈਂਦਾ, ਤੇ ਉਹ ਸਾਰਾ ਕੁਝ ਨਿਖਰ ਕੇ ਸਾਹਮਣੇ ਆ ਜਾਂਦਾ। ਉਸ ਤਰ੍ਹਾਂ ਦੇ ਅਸੀਂ ਹੀ ਪਾਉਂਦੇ ਹਾਂ, ਉਸ ਤਰ੍ਹਾਂ ਦੀਆਂ ਹਰਕਤਾਂ ਅਸੀਂ ਵੀ ਕਰਦੇ ਹਾਂ। ਇਸ ਕਰਕੇ ਕੁਸੰਗ, ਮਾੜੀ ਸੰਗਤ, ਮਾੜੀ ਰੰਗਤ ਦਾ ਅਸਰ ਸਾਡੇ ਤੇ ਉਸੇ ਤਰ੍ਹਾਂ ਹੀ ਪੈਂਦਾ, ਇਸੇ ਤਰ੍ਹਾਂ ਸਾਡੇ ਤੇ ਚੰਗੀ ਦਾ ਪੈਂਦਾ। ਹੁਣ ਇੱਕ ਉਦਾਹਰਨ ਦੇਖੋ ਇਹਦੇ ਵਿੱਚ, ਇੱਕ ਮੁੱਲਾ ਸੀ ਬੱਚਿਆਂ ਨੂੰ ਪੜ੍ਹਾਉਂਦਾ। ਹੁਣ ਮੈਂ ਤੁਹਾਨੂੰ ਇਹ ਦੱਸਣਾ ਇਸ ਉਦਾਹਰਨ ਦੇ ਰਾਹੀਂ ਕਿ ਕਿਵੇਂ ਸਾਡੇ ਵਿਚਾਰ ਦੂਜੇ ਨੂੰ ਪ੍ਰਭਾਵਿਤ ਕਰਦੇ, ਮਨੋਵਿਗਿਆਨਕ ਤੌਰ ਤੇ, ਸਾਈਕੋਲੋਜੀਕਲੀ ਇੱਕ ਬੰਦਾ ਦੂਜੇ ਨੂੰ ਕਿਵੇਂ ਇਫੈਕਟ ਪਾ ਸਕਦਾ। ਬੱਚੇ ਮੁੱਲਾਂ ਕੋਲ ਪੜ੍ਹਦੇ ਸੀ, ਤੇ ਇੱਕ ਦਿਨ ਬੱਚਿਆਂ ਦਾ ਮਨ ਬਣਿਆ, ਮੌਸਮ ਬਾਹਰ ਵਧੀਆ ਸੀ, ਵੀ ਅੱਜ ਖੇਡਣ ਨੂੰ ਦਿਲ ਕਰਦਾ, ਪਰ ਮੁੱਲਾ ਬੜਾ ਸਖਤ ਸੀ, ਬਹੁਤ ਸਖਤ ਸੀ ਮੁੱਲਾ। ਟੀਚਰ ਕਹਿ ਲਓ ਇੱਕ ਕਿਸਮ ਦਾ। ਉਹ ਪਹਿਲਾਂ ਮੁੱਲਾ ਹੁੰਦੇ ਸੀ ਨਾ, ਪੁਰਾਣੇ ਸਮੇਂ ਦੀ ਗੱਲ, ਇੱਕ ਕਥਾ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸ ਰਿਹਾ। ਤੇ ਬਹੁਤ ਸਖਤ ਸੀ, ਉਹਨਾਂ ਨੂੰ ਖੇਡਾਂ ਦੀ ਛੁੱਟੀ ਨਹੀਂ ਸੀ ਦਿੰਦਾ। ਤੇ ਇੱਕ ਬੱਚਾ ਕਹਿੰਦਾ ਕੀ ਕਰੀਏ, ਵੀ ਆਪਾਂ ਨੂੰ ਇਹ ਕਿਵੇਂ ਛੱਡੂਗਾ।
ਵੀ ਅੱਜ ਅਸੀਂ ਪੜ੍ਹਨ ਦਾ ਸਾਡਾ ਮਨ ਨਹੀਂ ਮੰਨਦਾ, ਤੇ ਕਹਿੰਦਾ ਫਿਰ ਜਾਂ ਤਾਂ ਕੋਈ ਕਹਿੰਦਾ ਦਵਾਈ ਲਿਆਓ, ਇਹਨੂੰ ਬਿਮਾਰ ਕਰ ਦਿਓ, ਮੁੱਲਾ ਨੂੰ ਬਿਮਾਰ ਕਰ ਦਿਓ, ਇਹ ਬਿਮਾਰ ਹੋ ਜਾਊਗਾ, ਫਿਰ ਆਪਾਂ ਖੇਡਣ ਚਲੇ ਜਾਵਾਂਗੇ। ਕਹਿੰਦਾ ਵੀ ਨਹੀਂ, ਕਹਿੰਦਾ ਦਵਾਈ ਤਾਂ ਕੋਈ ਇਹੋ ਜਿਹੀ ਨਹੀਂ, ਕਹਿੰਦਾ ਮੇਰੇ ਕੋਲ ਇੱਕ ਸਕੀਮ ਹੈ। ਕਹਿੰਦਾ ਕੀ ਸਕੀਮ ਆ? ਬਸ ਕਹਿੰਦਾ ਆਪਾਂ ਇਹਨੂੰ ਬਿਨਾਂ ਦਵਾਈ ਤੋਂ ਹੀ ਬਿਮਾਰ ਕਰ ਦਿੰਦੇ ਹਾਂ। ਕਹਿੰਦਾ ਠੀਕ ਹੈ। ਉਹਨੇ ਸਕੀਮ ਸਮਝਾਈ, ਉਹ ਪਹਿਲਾਂ ਹੋ ਗਿਆ, ਮੁੱਲਾ ਨੂੰ ਕਹਿੰਦਾ ਜਾ ਕੇ, ਮੁੱਲਾ ਸਾਹਿਬ ਤੁਹਾਡੇ ਮੈਨੂੰ ਅੱਖਾਂ 'ਚ ਠੀਕ ਨਹੀਂ ਲੱਗਦੀਆਂ। ਉਹ ਕਹਿੰਦਾ ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਮੇਰੀਆਂ ਅੱਖਾਂ ਠੀਕ ਨੇ, ਮੈਂ ਠੀਕ ਠਾਕ ਹਾਂ, ਕੋਈ ਇਹੋ ਜਿਹੀ ਗੱਲ ਨਹੀਂ, ਬਹਿ ਜਾ ਕਹਿੰਦਾ ਇੱਥੇ। ਉਹ ਵੀ ਬਹਿ ਜਾਏਗਾ। ਦੂਸਰਾ ਬੱਚਾ ਆਇਆ, ਸਾਰਿਆਂ ਨੂੰ ਉਹਨਾਂ ਨੇ ਸਿਖਾਇਆ ਸੀ ਤੁਸੀਂ ਕੀ ਕੀ ਕਹਿਣਾ। ਦੂਜਾ ਆਇਆ, ਕਹਿੰਦਾ ਮੁੱਲਾ ਜੀ ਅੱਜ ਤੁਹਾਡੀਆਂ ਮੈਨੂੰ ਲੱਤਾਂ ਨੇ ਨਾ ਜਿਹੜੀਆਂ, ਉਹ ਥਿੜਕਦੀਆਂ ਲੱਗਦੀਆਂ ਨੇ, ਥੋੜ੍ਹੀਆਂ ਜਿਹੀਆਂ ਮੈਨੂੰ ਨਾ ਕੰਬਦੀਆਂ ਜਿਹੀਆਂ ਲੱਗਦੀਆਂ ਤੁਹਾਡੀਆਂ। ਉਹ ਮੁੱਲਾ ਨੇ ਜਵਾਬ ਦਿੱਤਾ, ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਓਏ ਬਹਿ ਜਾ, ਕੋਈ ਨਹੀਂ ਮੈਂ ਠੀਕ ਹਾਂ। ਥੋੜ੍ਹਾ ਜਿਹਾ ਮੁੱਲਾ ਨੂੰ ਵੀ ਇਹ ਲੱਗਿਆ ਇਹ ਕੀ ਹੋਇਆ, ਕਿ ਮੈਨੂੰ ਇਹ ਸਾਰੇ ਮੈਨੂੰ ਕੀ ਕਹੀ ਜਾਂਦੇ ਨੇ, ਤੇ ਅਜੇ ਤੱਕ ਪੂਰਾ ਅਸਰ ਨਹੀਂ ਪਿਆ ਮੁੱਲਾਂ ਤੇ। ਇੱਕ ਤੀਸਰਾ ਆਇਆ ਫਿਰ, ਕਹਿੰਦਾ ਮੁੱਲਾ ਸਾਹਿਬ ਆ ਜਾ ਜੀ। ਕਹਿੰਦਾ ਬੈਠ, ਚਲੋ ਪੜ੍ਹੋ। ਕਹਿੰਦਾ ਮੁੱਲਾ ਸਾਹਿਬ ਮੈਨੂੰ ਅੱਜ ਤੁਹਾਡੇ ਹੱਥ ਨੇ ਜਿਹੜੇ ਨਾ ਉਹ ਕੰਬਦੇ ਲੱਗਦੇ ਨੇ। ਉਹਨੂੰ ਲੱਗਿਆ ਕਿ ਇੱਕ ਬੰਦਾ ਗਲਤ ਹੋ ਸਕਦਾ, ਦੂਜਾ ਹੋ ਗਿਆ, ਇਹ ਤੀਜਾ ਆ ਗਿਆ, ਇਹ ਕਹਿੰਦਾ ਹੱਥ ਕੰਬਦੇ ਨੇ। ਨਹੀਂ ਨਹੀਂ, ਕਹਿੰਦਾ ਮੈਂ ਠੀਕ ਹਾਂ। ਉਸਨੂੰ ਫੀਲ ਥੋੜਾ ਥੋੜਾ ਉਸਦੇ ਬ੍ਰੇਨ ਨੇ ਸਿਗਨਲ ਦੇਣਾ ਸ਼ੁਰੂ ਕਰਤਾ ਕਿ ਅੱਜ ਮੇਰਾ ਸਰੀਰ ਠੀਕ ਨਹੀਂ ਹੈਗਾ, ਮਤਲਬ ਕੋਈ ਤਾਂ ਕਾਰਨ ਹੈਗਾ ਹੀ ਆ। ਅੰਦਰੋਂ ਜਦੋਂ ਬ੍ਰੇਨ ਸਿਗਨਲ ਦਿੰਦਾ ਤੇ ਸਰੀਰ ਉਸੇ ਤਰ੍ਹਾਂ ਰਿਸਪੌਂਡ ਕਰਦਾ ਸਾਨੂੰ, ਕਿਉਂਕਿ ਸਾਰਾ ਖੇਲ ਜਿਹੜਾ ਇਹ ਦਿਮਾਗ ਦਾ ਹੁੰਦਾ। ਚੌਥਾ ਆਇਆ, ਉਹਨੇ ਆਪਦਾ ਪੂਰਾ ਕੰਮ ਕਰਦਾ, ਕਹਿੰਦਾ ਮੁੱਲਾ ਸਾਹਿਬ ਅੱਜ ਤੁਹਾਨੂੰ ਬੁਖਾਰ ਲੱਗਦਾ। ਕਹਿੰਦਾ ਨਹੀਂ ਨਹੀਂ, ਮੈਨੂੰ ਤਾਂ ਬੁਖਾਰ ਨਹੀਂ। ਉਹਨੂੰ ਇਹ ਹੋਇਆ ਵੀ, ਪਰ ਮੁੱਲਾ ਨੂੰ ਇਹ ਲੱਗਿਆ, ਮੰਨਿਆ ਤਾਂ ਨਹੀਂ, ਤੇ ਉਹਨੂੰ ਮਹਿਸੂਸ ਹੋਇਆ ਕਿ ਹਾਂ ਵੀ ਅੱਜ ਮੈਨੂੰ ਲੱਗਦਾ ਵੀ ਮੈਂ ਠੀਕ ਨਹੀਂ ਹੈਗਾ। ਬਹਿ ਗਿਆ, ਪੈ ਗਿਆ। ਕਹਿੰਦਾ ਮੈਂ ਇਸ ਤਰ੍ਹਾਂ ਕਰਦਾ, ਤੁਸੀਂ ਪੜ੍ਹੋ ਤੇ ਮੈਂ ਪੈਨਾ। ਕਹਿੰਦੇ ਬੱਚੇ ਕਹਿੰਦੇ ਬੜਾ ਕੰਮ ਖਰਾਬ ਹੋਇਆ, ਇੰਨੀ ਮਿਹਨਤ ਕੀਤੀ, ਇਹ ਤਾਂ ਫੇਰ ਪੈ ਗਿਆ, ਇਹ ਤਾਂ ਫਿਰ ਜਿਹੜੇ ਆਪਾਂ ਮਕਸਦ 'ਚ ਫੇਲ ਹੋ ਗਏ। ਫਿਰ ਕੀ ਕਹਿੰਦੇ, ਸਲਾਹ ਕੀਤੀ ਵੀ ਉੱਚੀ ਉੱਚੀ ਪੜ੍ਹੋ, ਰੌਲਾ ਪਾਓ, ਉੱਚੀ ਉੱਚੀ ਪੜ੍ਹੋ। ਕਹਿੰਦੇ ਉੱਚੀ ਉੱਚੀ ਪੜ੍ਹਨ ਲੱਗ ਗਏ। ਜਦੋਂ ਉੱਚੀ ਉੱਚੀ ਪੜ੍ਹਨ ਲੱਗ ਗਏ ਤੇ ਮੁੱਲਾ ਨੇ ਕਿਹਾ, ਕਹਿੰਦਾ ਕਮਬਖਤੋ ਜਾਓ, ਭੱਜੋ ਇੱਥੋਂ, ਦਫਾ ਹੋ ਜਾਓ ਬਾਹਰ, ਮੇਰੀ ਅੱਜ ਸਿਹਤ ਠੀਕ ਨਹੀਂ ਗੀ, ਕੱਲ ਨੂੰ ਪੜਾਂਗੇ। ਮਤਲਬ ਇਸ ਦਾ ਕੀ ਨਿਕਲਿਆ ਕਿ ਤੁਹਾਡੇ ਵਿਚਾਰ ਦੂਸਰੇ ਬੰਦੇ ਤੇ ਕਿਸ ਤਰ੍ਹਾਂ ਅਸਰ ਪਾਉਂਦੇ ਨੇ। ਇਹ ਜਿਹੜੀ ਆ ਸੰਗਤ ਕਰ ਰਹੇ ਹੋ ਤੁਸੀਂ, ਇਹ ਜਿਹੜੀ ਰੋਜ਼ ਦੀ ਇੱਕ ਕਿਸਮ ਦੀ ਇਹ ਸੰਗਤ ਹੀ ਹੈ। ਜ਼ਰੂਰੀ ਨਹੀਂ ਅਸੀਂ ਕਿਤੇ ਜਾ ਕੇ ਸੰਗਤ ਕਰਨੀ ਆ, ਤੇ ਇਹ ਸੰਗਤ ਦਾ ਅਸਰ ਬੇਟਾ ਹੁੰਦਾ ਜ਼ਰੂਰ, ਬਹੁਤ ਹੁੰਦਾ। ਤੇ ਹੁਣ ਜਿਹੜੇ ਬੇਰੁੱਖੇ ਤੇ ਬੁਰੇ ਬੰਦੇ ਹੁੰਦੇ ਨੇ ਨਾ, ਬਹੁਤ ਬੁਰੇ ਬੰਦੇ ਹੁੰਦੇ ਨੇ ਨਾ, ਉਹਨਾਂ 'ਚ ਬੜੀ ਬੁਰੀ ਪ੍ਰੇਰਨਾ ਦੇਣ ਦੀ ਸ਼ਕਤੀ ਹੁੰਦੀ। ਜਿਹੜੇ ਤੁਹਾਨੂੰ ਕੋਈ ਬੁਰਾ ਬੰਦਾ ਮਿਲੂ ਨਾ, ਮਾੜਾ ਹੋਊ, ਉਹਦੇ 'ਚ ਸ਼ਕਤੀ ਬੜੀ ਜ਼ਬਰਦਸਤ ਹੁੰਦੀ ਆ ਤੁਹਾਨੂੰ ਬੁਰੀ ਪ੍ਰੇਰਨਾ ਦੇਣ ਦੀ, ਤੇ ਉਹਦਾ ਅਖੀਰ ਤੇ ਬੰਦੇ ਦੇ ਮਨ ਤੇ ਅਸਰ ਹੋ ਜਾਂਦਾ। ਇਹ ਇਸੇ ਤਰ੍ਹਾਂ ਦਾ ਹੀ ਅੱਜ ਦੀ, ਜੇ ਅਸੀਂ ਬਿਜ਼ਨਸ 'ਚ ਦੇਖੀਏ, ਜਿਹੜੀ ਐਡਸ ਆ ਰਹੀਆਂ ਨੇ, ਮਸ਼ਹੂਰੀਆਂ ਆ ਰਹੀਆਂ ਨੇ, ਤੁਸੀਂ ਕਿਤੇ ਸਕੂਲ ਨੂੰ ਜਾਂਦੇ ਹੋ, ਤੁਸੀਂ ਸ਼ਹਿਰ ਦੇ ਵਿੱਚ ਜਾ ਰਹੇ ਹੋ, ਤੁਸੀਂ ਕਿਸੇ ਕੰਧ ਤੇ ਲਿਖਿਆ ਦੇਖਿਆ, ਕਿਸੇ ਚੀਜ਼ ਬਾਰੇ ਐਡ ਦੇਖੀ, ਕਿਸੇ ਖਾਣ ਵਾਲੀ ਚੀਜ਼ ਦੀ ਐਡ ਦੇਖੀ, ਕੰਧਾਂ ਤੇ ਦੇਖੀ, ਫਿਰ ਤੁਸੀਂ ਕੰਧਾਂ ਤੇ ਦੇਖੀ, ਤੁਸੀਂ ਘਰ ਆਏ, ਘਰ ਆ ਕੇ ਤੁਸੀਂ ਉਹ ਟੀਵੀ ਤੇ ਦੇਖੀ, ਟੀਵੀ ਤੇ ਬੰਦਾ ਸੋਚਦਾ ਉਹ ਕੰਧ ਤੇ ਵੀ ਲਿਖਿਆ, ਟੀਵੀ ਤੇ ਵੀ ਲਿਖਿਆ, ਆਹ ਹੌਰਲਿਕਸ ਦੀ ਐਡ ਆ, ਆਹ ਫਲਾਨੀ ਚੀਜ਼ ਦੀ ਐਡ ਆ, ਇਹ ਇੰਨਾ ਕੁਛ ਲਿਖਿਆ ਵੀ ਇਹ ਚੀਜ਼ ਆ ਜਿਹੜੀ ਠੀਕ ਹੀ ਹੋਊਗੀ, ਜਿਹੜਾ ਇੰਨਾ ਇਹਦਾ ਰੌਲਾ ਪੈ ਰਿਹਾ ਇਹ ਠੀਕ ਹੀ ਹੋਊ। ਇਹ ਇਕੱਲੇ ਵਪਾਰੀ ਨਹੀਂ ਇਸ ਚੀਜ਼ ਨੂੰ ਵਰਤਦੇ, ਕੌਣ ਵਪਾਰੀ? ਬਿਜ਼ਨਸਮੈਨ। ਜੇ ਤੁਹਾਨੂੰ ਚੀਜ਼ ਵੇਚਣੀ ਆ, ਤੁਹਾਨੂੰ ਬਾਰ-ਬਾਰ ਉਹ ਚੀਜ਼ ਨੂੰ ਦਿਖਾਇਆ ਜਾਂਦਾ। ਇਕੱਲੇ ਵਪਾਰੀ ਨਹੀਂ ਵਰਤਦੇ, ਇਹਨੂੰ ਠੱਗ ਵੀ ਵਰਤਦੇ ਨੇ। ਹੁਣ ਅਸੀਂ ਕੁਸੰਗ ਦੀ ਗੱਲ ਕਰਦੇ ਹਾਂ, ਜਦੋਂ ਗੁਰੂ ਦੀ ਸੰਗਤ ਤੋਂ ਉਲਟ ਜਾਵਾਂਗੇ ਉਦੋਂ ਸਾਡੇ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਪੈਂਦੇ ਨੇ, ਅਸੀਂ ਉਸ ਪ੍ਰਸੰਗ ਦੇ ਵਿੱਚ ਇਹ ਗੱਲ ਕਰ ਰਹੇ ਹਾਂ। ਹੁਣ ਇਸੇ ਤਰ੍ਹਾਂ ਹੀ 4 ਠੱਗ ਸੀ।
4 ਠੱਗਾਂ ਨੇ ਇੱਕ ਬੰਦਾ ਦੇਖਿਆ ਕਿ ਉਹ ਬੱਕਰੀ ਦਾ ਲੇਲਾ ਚੱਕੀ ਆ ਰਿਹਾ। ਹੈ ਇਹਨੂੰ ਇੱਕ ਕਿਸਮ ਦਾ ਵਿਅੰਗ ਕਹਿ ਲਓ, ਇੱਕ ਕਿਸਮ ਦਾ ਮਜ਼ਾਕ ਕਹਿ ਲਓ ਕਿ ਉਹਨਾਂ ਨੇ ਸਕੀਮ ਬਣਾਈ ਕਿ ਇਹ ਦੂਜੀ ਉਦਾਹਰਨ ਦੇ ਰਿਹਾ ਤੁਹਾਨੂੰ ਵੀ ਅਸਰ ਸਾਡੇ ਤੇ ਕਿਸੇ ਵੀ ਵਿਅਕਤੀ ਦੇ ਸਾਡੇ ਤੇ ਮਨੋਵਿਗਿਆਨਕ ਤੌਰ ਤੇ ਕੋਈ ਬੰਦਾ ਸਾਡੇ ਤੇ ਅਸਰ ਕਿਵੇਂ ਪਾਉਂਦਾ, ਸਾਡਾ ਜਿਹੜਾ ਦਿਮਾਗ ਆ ਉਹ ਉਸ ਅਸਰ ਨੂੰ ਕਿਵੇਂ ਕਬੂਲਦਾ। ਇਹ ਮਨੋਵਿਗਿਆਨਕ ਤੱਥ ਨੇ। ਉਹ ਕਹਿੰਦੇ ਉਹ ਬੱਕਰੀ ਦਾ ਲੇਲਾ ਲਿਆ ਸਰ, ਕਹਿੰਦੇ ਇਹ ਹੁਣ ਇਸ ਤੋਂ ਆਪਾਂ ਇਹ ਠੱਗਣਾ, ਇਹ ਠੱਗੀਏ ਕਿਵੇਂ। ਕੀ ਕਹਿੰਦੇ ਵੀ 4 ਠੱਗ, ਪਹਿਲਾ ਠੱਗ ਮਿਲਿਆ ਉਹਨੂੰ, ਕਹਿੰਦਾ ਵੀ ਆਹ ਕੁੱਤਾ ਬੜਾ ਵਧੀਆ ਲੈ ਗਿਆ। ਕਹਿੰਦਾ ਤੂੰ ਅੰਨਾ ਹੋ ਗਿਆ, ਇਹ ਕੁੱਤਾ ਨਹੀਂ ਹੈ, ਇਹ ਬੱਕਰੀ ਦਾ ਬੱਚਾ ਹੈ। ਅੱਛਾ, ਪਹਿਲਾ ਠੱਗ ਨਿਕਲ ਗਿਆ। ਉਸ ਤੋਂ ਬਾਅਦ ਬਾਰੋਬਾਰ ਦੂਜਾ ਆਇਆ, ਕਹਿੰਦਾ ਇਹ ਕੁੱਤਾ ਬੜੀ, ਕੀ ਗੱਲ ਮੋਢੇ ਤੇ ਚੱਕਿਆ? ਉਹ ਕਹਿੰਦਾ ਕੁੱਤਾ ਨਹੀਂ, ਇਹ ਬੱਕਰੀ ਦਾ ਲੇਲਾ ਹੈ। ਤੇ ਚੌਥਾ ਮਿਲਿਆ, ਤੀਜਾ ਮਿਲਿਆ। ਤੀਜਾ ਵੀ ਕੀ ਕਹਿੰਦਾ ਉਸਨੂੰ? ਉਹ ਕਹਿੰਦਾ ਇਹ ਕੁੱਤੇ ਦੇ ਨਾ ਪਿੱਸੂ ਬੜੇ ਖਤਰਨਾਕ ਹੁੰਦੇ ਨੇ, ਇਹਨੂੰ ਉੱਪਰ ਨਹੀਂ ਚੱਕੀਦਾ। ਉਹਨੂੰ ਬੜਾ ਵਹਿਮ ਪੈ ਗਿਆ ਕਿ ਕਮਾਲ ਦੀ ਗੱਲ ਹੋ ਗਈ, 3 ਬੰਦੇ ਮਿਲ ਗਏ ਮੈਨੂੰ, ਇਹ ਮੈਂ ਚੰਗਾ ਭਲਾ ਬੱਕਰੀ ਦੇ ਲੇਲਾ ਲੈ ਕੇ ਆਇਆ, ਪੈਸੇ ਲਿਆ ਕੇ ਲਿਆਇਆ, ਇਹ ਮੈਨੂੰ ਕਹੀ ਜਾਂਦੇ ਨੇ ਮੈਂ ਕੁੱਤਾ ਲੈ ਕੇ ਆਇਆ। ਤੇ ਉਸ ਤੋਂ ਬਾਅਦ ਚੌਥਾ ਮਿਲਿਆ, ਉਹਨੇ ਵੀ ਉਹੀ ਗੱਲ ਕੀਤੀ, ਅੱਜ ਕੁੱਤੇ ਦਾ ਬੱਚਾ ਕਿੱਥੋਂ ਲੈ ਕੇ ਆਇਆ। ਉਹਨੂੰ ਬਿਲਕੁਲ ਵਹਿਮ ਪੈ ਗਿਆ ਕਿ ਇਹ ਕੰਮ ਖਰਾਬ ਕਰ ਲਿਆ ਮੈਂ, ਇਹ ਮੈਂ ਭੁਲੇਖੇ ਨਾਲ ਕੁੱਤੇ ਦਾ ਬੱਚਾ ਹੀ ਲੈ ਆਇਆ। ਉਹਨੇ ਕੀ ਕੀਤਾ, ਬੱਚਾ ਲਾ ਕੇ ਸਿੱਟਿਆ ਪਰੇ। ਕਹਿੰਦਾ ਲੋਕ ਹੁਣ ਤਾਂ ਮੇਰੀ ਇੱਜ਼ਤ ਹੈਗੀ, ਜੇ ਮੈਂ ਪਿੰਡ ਜਾ ਗਿਆ ਲੋਕ ਕੀ ਕਹਿਣਗੇ, ਤੂੰ ਕੁੱਤਾ ਕਿੱਥੋਂ ਚੱਕ ਲਿਆਇਆ। ਉਹਨੇ ਸਿੱਟਿਆ ਤੇ ਉਹ ਚੱਕ ਕੇ ਲੈ ਗਏ ਜੀ। ਕਹਿਣ ਦਾ ਮਤਲਬ ਬਾਰ-ਬਾਰ ਦੀ ਪ੍ਰੇਰਨਾ, ਬਾਰ-ਬਾਰ ਦੀ ਪ੍ਰੇਰਨਾ ਸਾਨੂੰ ਕੀ ਕਰਦੀ ਆ, ਪ੍ਰਭਾਵਿਤ ਕਰਦੀ ਆ। ਹੁਣ ਦੇਖੋ ਇਹ ਇੱਕ ਸੱਚਾਈ ਹੈ, ਇੱਕ ਝੂਠ ਨੂੰ 1000 ਵਾਰੀ ਬੋਲੀ ਜਾਓ, 1000 ਵਾਰੀ ਬੋਲੀ ਜਾਓ, ਕੀ ਬਣ ਜਾਂਦਾ ਉਹ? ਸੱਚ ਪ੍ਰਤੀਤ ਹੋਣ ਲੱਗਣ ਲੱਗ ਜਾਂਦਾ। ਹੁਣ ਤੁਸੀਂ ਦੇਖਿਆ ਹੋਊ ਕਈ ਵਾਰੀ ਕੋਈ ਮੀਡੀਆ ਦੇ ਜਾਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਤਾਂ ਉਹ ਸਾਨੂੰ ਸੱਚ ਲੱਗਣ ਲੱਗ ਜਾਂਦੀ ਹੈ। ਤੇ ਇਸੇ ਤਰ੍ਹਾਂ ਕਿਸੇ ਸੱਚ ਦੀ 1000 ਵਾਰ ਦ੍ਰਿੜਤਾ ਨਾਲ ਜੇ ਕੋਈ ਸੱਚ ਹੈ, ਸੱਚ ਨੂੰ ਅਸੀਂ ਪੂਰੇ ਜ਼ੋਰ ਦੇ ਨਾਲ ਉਹਦੀ ਮੁਖਾਲਫਤ ਕਰੀਏ, ਮੁਖਾਲਫਤ ਮਤਲਬ ਉਸ ਦਾ ਅਸੀਂ ਵਿਰੋਧ ਕਰੀਏ, ਤਾਂ ਲੋਕ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੇ ਨੇ। ਗੱਲ ਸਮਝ ਲੱਗ ਗਈ? ਕਿਸੇ ਸੱਚ ਦੀ ਨਾ ਬਾਰ-ਬਾਰ ਆਪਾਂ ਉਹਦਾ ਵਿਰੋਧ ਕਰਦੇ ਹਾਂ, ਲੋਕ ਸੱਚ ਕਰਨ ਲੱਗ ਜਾਂਦੇ ਵੀ ਇੰਨਾ ਵਿਰੋਧ ਹੋ ਰਿਹਾ ਇਹਦਾ, ਇਹ ਕਿਤੇ ਗੱਲ ਝੂਠੀ ਤਾਂ ਨਹੀਂ। ਇਹ ਸਾਡੀ ਮਾਨਸਿਕਤਾ, ਇਸ ਤਰ੍ਹਾਂ ਦੀ ਸਾਡੀ ਇਹ ਜਿਹੜੀ ਆਮ ਮਨੁੱਖ ਦੀ ਇਹ ਸੋਚ ਹੋਊਗੀ। ਕੁੱਲ ਮਿਲਾ ਕੇ ਗੱਲ ਕਿੱਥੇ ਮੁੱਕਦੀ ਆ? ਮਨਮੁੱਖਾਂ ਕੋਲ ਬੈਠਾਂਗੇ ਤਾਂ ਕਾਲਖ ਲੱਗੂਗੀ, ਕਾਲਖ ਸਵਾਹ ਲੱਗੂਗੀ, ਸਾਡੇ ਕੋਈ ਚੰਗੇ ਵਿਚਾਰ ਨਹੀਂ ਹੋਣਗੇ। ਤੇ ਭਲਿਆਂ ਕੋਲ ਬੈਠਣ ਦੇ ਨਾਲ ਸਾਨੂੰ ਭਲੀਆਂ ਗੱਲਾਂ ਹੀ ਲੱਗਣਗੀਆਂ। ਤੇ ਮਨ ਕੀ ਆ ਸਾਡਾ? ਮਨ ਤਾਂ ਸਾਡਾ ਪਾਣੀ ਵਾਂਗ ਆ। ਹੁਣ ਤੁਸੀਂ ਪਾਣੀ ਦੇਖਿਆ ਹੋਊਗਾ, ਪਾਣੀ ਦੇ ਵਿੱਚ ਜਿਹੜਾ ਰੰਗ ਵੀ ਪਾਓ ਉਹਦਾ ਉਸੇ ਤਰ੍ਹਾਂ ਦਾ ਹੀ ਰੰਗ ਬਣ ਜਾਂਦਾ। ਪਾਣੀ ਰਹਿੰਦਾ ਨਹੀਂ, ਉਹਦਾ ਰੰਗ ਉਸੇ ਤਰ੍ਹਾਂ ਹੋ ਜਾਂਦਾ। ਤੇ ਇਸ ਲਈ ਭਗਤ ਸੂਰਦਾਸ ਵੀ ਨੇ ਤੇ ਜਾਂ ਹੋਰ ਵੀ ਨੇ ਭਗਤਾਂ ਨੇ ਸਾਨੂੰ ਵਿੱਚ ਬਹੁਤ ਉਦਾਹਰਨਾਂ ਇਹਦੀਆਂ ਦਿੱਤੀਆਂ ਨੇ ਕਿ ਜਿਹੜੇ ਰੱਬ ਤੋਂ ਬੇਮੁਖ ਨੇ ਨਾ, ਉਹਨਾਂ ਦਾ ਤੂੰ ਸੰਗ ਛੱਡ ਦੇ, ਉਹਨਾਂ ਦਾ ਤੂੰ ਸਾਥ ਛੱਡ ਦੇ। ਤੇ ਫਿਰ ਸਾਥ ਛੱਡ ਕੇ ਕੀ ਕਰੇਗਾ? ਸਾਥ ਛੱਡ ਕੇ ਬਹੀਏ ਪੜ੍ਹਿਆ ਪਾਸ, ਸਿੱਖਿਆ ਕਿੱਥੋਂ ਮਿਲੂਗੀ? ਕਿੱਥੋਂ ਮਿਲੂਗੀ ਸਿੱਖਿਆ? ਗੁਰਬਾਣੀ ਦੀ ਸਿੱਖਿਆ ਉੱਥੋਂ ਮਿਲੂਗੀ ਜੇ ਤੂੰ ਉਹਨਾਂ ਗੁਰਮੁਖ ਕੋਲੇ, ਪੜ੍ਹਿਆ ਹੋਇਆਂ ਕੋਲੇ। ਕਿਹੜੇ ਪੜ੍ਹੇ ਨੇ? ਜਿਹੜੇ ਗੁਰਬਾਣੀ ਨੂੰ ਪੜ੍ਹਿਆ, ਜਿਨ੍ਹਾਂ ਨੇ ਗੁਰਬਾਣੀ ਨੂੰ ਅਪਣਾ ਲਿਆ, ਜਿਹੜੇ ਉਹਦੇ ਵਿੱਚ ਲੀਨ ਹੋ ਗਏ, ਜਿਹੜੇ ਉਹਦੇ ਵਿੱਚ ਡੁੱਬ ਗਏ, ਉਹਦੇ ਵਿੱਚ ਰੰਗੇ ਗਏ, ਉਹਨਾਂ ਨੂੰ ਤੂੰ ਉਹਨਾਂ ਦੇ ਕੋਲ ਬੈਠ, ਉਹਨਾਂ ਦੇ ਨਾਲ ਤੂੰ ਗੱਲਾਂ ਕਰ, ਤੂੰ ਤਾਂ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਂਗਾ। ਨਹੀਂ ਤਾਂ ਬੁਰਿਆਂ ਦੀ ਸੰਗਤ ਆ ਜਿਹੜੀ ਤੈਨੂੰ ਉਹ ਲੈ ਕੇ ਡੁੱਬ ਜੂਗੀ। ਇਸ ਕਰਕੇ ਤੂੰ ਕੀ ਕਰ, ਫਿਰ ਭਲਾ ਹੀ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਕਿਸੇ ਦਾ ਵੀ ਤੂੰ ਬੁਰਾ ਨਾ ਕਰ, ਹਰ ਇੱਕ ਦਾ ਤੂੰ ਭਲਾ ਹੀ ਭਲਾ ਕਰ, ਚਾਹੇ ਕੁਝ ਵੀ ਹੋਵੇ। ਚਾਹੇ ਤੈਨੂੰ ਉਹ ਕੋਈ
ਚੋਟ ਹੀ ਪਹੁੰਚਾ ਦੇਵੇ। ਇਸ ਤਰ੍ਹਾਂ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜਾ ਰਹੇ ਸੀ, ਬੱਚੇ ਬੇਰੀ ਤੇ ਨਾ ਢੀਮਾਂ ਮਾਰ ਰਹੇ ਸੀ, ਰੋੜੀਆਂ ਮਾਰ ਮਾਰ ਕੇ ਬੇਰ ਤੋੜ ਰਹੇ ਸੀ, ਤੇ ਇੱਕ ਰੋੜੀ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਲੱਗੀ ਤੇ ਬੜਾ ਮਾਹੌਲ ਵੱਖਰੀ ਤਰ੍ਹਾਂ ਦਾ ਹੋ ਗਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਨੇ ਰੋੜੀ ਮਾਰੀ ਹੋਵੇ। ਤੇ ਬਹੁਤ ਵੱਡੀ ਗੱਲ, ਤੇ ਬੱਚੇ ਕੋਲ ਆਏ ਤੇ ਉਹਨਾਂ ਦੇ ਮਾਂ-ਬਾਪ ਤਰਲੇ ਕਰਨ, ਮਿੰਨਤਾਂ ਕਰਨ ਕਿ ਜੀ ਇਹਨਾਂ ਤੋਂ ਤਾਂ ਗਲਤੀ ਹੋ ਗਈ। ਤੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਦੇਖੋ, ਇੱਕ ਅੱਖ ਤਾਂ ਮੇਰੀ ਬਚਪਨ ਦੇ ਵਿੱਚ ਏਚਕ ਨਾਲ ਚਲੇ ਗਈ ਸੀ, ਤੇ ਹੁਣ ਦੂਸਰੀ ਵੀ ਤੁਸੀਂ ਕੱਢ ਦੇਣੀ ਸੀ, ਖਰਾਬ ਕਰ ਦੇਣੀ ਸੀ। ਪਰ ਚਲੋ, ਜੇ ਕਮ ਸੇ ਕਮ ਤੁਹਾਡੇ ਪੱਥਰ ਮਾਰਨ ਨਾਲ ਬੇਰੀ ਤੁਹਾਨੂੰ ਬੇਰ ਦਿੰਦੀ ਆ, ਫਿਰ ਤਾਂ ਮੈਂ ਘੱਟੋ ਘੱਟ, ਮੈਂ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਂ, ਕੁਛ ਨਾ ਕੁਛ ਤਾਂ ਮੈਨੂੰ ਵੀ ਦੇਣਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ, ਮੋਹਰਾਂ ਮੰਗਾਈਆਂ ਸੋਨੇ ਦੀਆਂ, ਉਹਨਾਂ ਬੱਚਿਆਂ ਨੂੰ ਵੰਡ ਦਿੱਤੀ। ਕਹਿਣ ਦਾ ਮਤਲਬ, ਇਸ ਤਰ੍ਹਾਂ ਦੀ ਪ੍ਰਵਿਰਤੀ ਮਨੁੱਖ ਦੀ ਹੋਵੇ, ਭਲਾ ਹੀ ਭਲਾ ਕਰਨ ਦੀ, ਤਾਂ ਮਨੁੱਖ ਦੇ ਵਿੱਚ ਇਹ ਗੁਣ ਨੇ ਜਿਹੜੇ ਉਹ ਆ ਸਕਦੇ ਨੇ। ਬੁਰਾ ਬੰਦਾ ਭਾਵੇਂ, ਜਿਹੜਾ ਬੁਰਾ ਬੰਦਾ, ਉਹਦੇ ਕੋਲੇ ਭਾਵੇਂ ਵਿੱਦਿਆ ਹੋਵੇ, ਭਾਵੇਂ ਧਨ ਹੋਵੇ, ਭਾਵੇਂ ਬਲ ਹੋਵੇ, ਉਹ ਕੀ ਕਰੂਗਾ, ਉਹ ਆਪਦੀਆਂ ਸ਼ਕਤੀਆਂ ਦੇ ਨਾਲ ਉਹ ਬੁਰਾ ਹੀ ਕਰੂ, ਉਹ ਚੰਗਾ ਨਹੀਂ ਕਰ ਸਕਦਾ, ਉਹਨੇ ਬੁਰਾ ਹੀ ਕਰਨਾ। ਪਰ ਪਰਉਪਕਾਰ ਵਾਲਾ ਜਿਹੜਾ ਇਸ ਤੋਂ ਉਲਟ ਜਿਹਦਾ ਸੁਭਾਅ ਆ, ਉਹ ਕੀ ਕਰੂਗਾ, ਇਹਨਾਂ ਸ਼ਕਤੀਆਂ ਦੀ ਸਹੀ ਵਰਤੋਂ ਕਰੂਗਾ। ਪਰ ਸਾਡਾ ਅਸਲ 'ਚ ਗੱਲ ਕਿੱਥੇ ਆ ਕੇ ਮੁੱਕ ਜਾਂਦੀ ਆ ਬੱਚਿਓ? ਗੱਲ ਮੁੱਕਦੀ ਆ, ਸਾਡਾ ਜਿਹੜਾ ਮਨ ਆ ਉਹ ਬੇਇਤਵਾਰਾ, ਸਾਡੇ ਮਨ ਦਾ ਕੋਈ ਯਕੀਨ ਨਹੀਂ ਹੈ। ਪਤਾ ਨਹੀਂ ਸਾਡੇ ਮਨ ਨੇ ਕਿਹੜੇ ਵੇਲੇ ਕਿਹੜੀ ਗੱਲ ਕਰ ਦੇਣੀ, ਪਤਾ ਨਹੀਂ ਕਿਹੜੇ ਵੇਲੇ ਮਨ ਦੀ ਕਿਸ ਤਰ੍ਹਾਂ ਦੀ ਅਵਸਥਾ ਹੁੰਦੀ ਆ, ਪਤਾ ਨਹੀਂ ਕਿਹੜੇ ਪੁਆਇੰਟ ਤੇ ਜਾ ਕੇ ਇਹ ਬੇਈਮਾਨ ਹੋ ਜਾਂਦਾ। ਇਸ ਦਾ ਕੋਈ ਇਤਬਾਰ ਨਹੀਂ। ਮੈਂ ਟਾਈਮ ਦੇਖ ਲਵਾਂ, ਹਾਂਜੀ ਹਜੇ ਹੈਗੇ 4:38 ਹੋਏ ਨੇ। ਅੱਛਾ ਜੀ, ਹਾਂਜੀ। ਤੇ ਇਸੇ ਕਰਕੇ ਦੇਖੋ, ਗੁਰੂ ਨਾਨਕ ਦੇਵ ਜੀ ਨੇ ਤਾਂ ਸਾਨੂੰ ਸਪਸ਼ਟ ਲਿਖਤਾ ਕਿ ਮਨ ਜੀਤੇ ਜਗ ਜੀਤ। ਇਸ ਨੂੰ ਜਿੱਤਣਾ ਬਹੁਤ ਜ਼ਰੂਰੀ ਆ, ਇਸ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਆ। ਇਸ ਦੇ ਕਾਬੂ ਹੋਏ ਤੋਂ ਬਿਨਾਂ ਗੱਲ ਨਹੀਂ ਬਣਦੀ। ਸਮਝ ਲਓ ਤੁਸੀਂ ਜੱਗ ਹੀ ਜਿੱਤ ਲਿਆ। ਜੱਗ ਮਤਲਬ ਦੁਨੀਆ, ਸਾਰਾ ਸੰਸਾਰ ਹੀ ਤੁਸੀਂ ਜਿੱਤ ਲਿਆ ਸਮਝ ਲਓ, ਜੇ ਤੁਸੀਂ ਆਪਣੇ ਮਨ ਨੂੰ ਕਾਬੂ ਕਰ ਲਿਆ। ਕਾਬੂ ਕਰਨਾ ਬੜਾ ਔਖਾ ਬੱਚਿਓ। ਅਸੀਂ ਕਹਿਣਾ ਸੌਖਾ। ਮੈਂ ਖੁਦ ਜਦੋਂ ਬਾਣੀ ਪੜ੍ਹਦੇ ਹਾਂ, ਹਾਲਾਂਕਿ ਦੇਖੋ ਅੰਮ੍ਰਿਤ ਵੇਲੇ ਉੱਠ ਕੇ ਵੀ ਪੜ੍ਹਦੇ ਹਾਂ, ਮੈਂ ਤੁਹਾਨੂੰ, ਚਲੋ ਮੈਂ ਕਿਸੇ ਨੂੰ ਕੀ ਕਹਿਣਾ, ਮੈਂ ਆਪਣੀ ਹੀ ਉਦਾਹਰਨ ਦੇ ਦੇਵਾਂ ਤੁਹਾਨੂੰ। ਤੇ ਬਾਣੀ ਪੜ੍ਹਦੇ ਹਾਂ, ਪਤਾ ਨਹੀਂ ਨਿਕਲ ਕੇ ਕਿੱਧਰ ਚਲੇ ਜਾਂਦਾ। ਜਿਹੜੇ ਦਿਨੇ ਕੰਮ ਕਰਨੇ ਹੁਣ ਉਧਰ ਚਲੇ ਜਾਂਦਾ, ਪਤਾ ਨਹੀਂ ਇਹਨੇ ਕਿੱਥੇ ਚੌੜੇ ਬਾਜ਼ਾਰ ਚਲੇ ਜਾਣਾ, ਕਿ ਇਹਨੇ ਕੈਨੇਡਾ ਅਮਰੀਕਾ ਚਲੇ ਜਾਣਾ, ਕਿ ਮੋਗੇ ਚਲੇ ਜਾਣਾ। ਇਹ ਮਨ ਦਾ ਕੁਛ ਨਹੀਂ ਪਤਾ। ਇਹ ਹੁੰਦਾ, ਇਹ ਮੇਰਾ ਆਪਣਾ ਐਕਸਪੀਰੀਅੰਸ ਆ, ਜਾਂ ਕਹਿ ਲਓ ਕਿ ਹਜੇ ਪੂਰੀ ਕਿਰਪਾ ਨਹੀਂ ਹੋਈ। ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਦਾ ਹੋ ਸਕਦਾ ਇਸ ਤਰ੍ਹਾਂ ਦੀ ਅਵਸਥਾ ਨਾ ਹੋਵੇ। ਪਰ ਕੋਸ਼ਿਸ਼ ਅਸੀਂ ਕੀ ਕਰ ਸਕਦੇ ਹਾਂ, ਅਸੀਂ ਉਸ ਪਰਮਾਤਮਾ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਸਾਨੂੰ ਸਮੱਤ ਬਖਸ਼, ਬੁੱਧ ਬਖਸ਼, ਬਲ ਬਖਸ਼ ਸਾਨੂੰ ਗੁਰਬਾਣੀ ਪੜ੍ਹਨ ਦਾ, ਇੱਕ ਮਨ ਇੱਕ ਚਿੱਤ ਹੋ ਕੇ। ਕਿਉਂਕਿ ਸਾਡੀ ਆਪਦੀ ਮਰਜ਼ੀ ਨਹੀਂ ਹੈ ਇਹ। ਜਦੋਂ ਉਹਦੀ ਪੂਰੀ ਕਿਰਪਾ ਹੋਣੀ ਆ ਸਾਡੀ, ਤਾਂ ਉਹ ਅਵਸਥਾ ਬਣਨੀ ਹੈ। ਤੇ ਇਸੇ ਤਰ੍ਹਾਂ ਇੱਕ ਉਸਦੀ ਉਦਾਹਰਨ ਲੈ ਲਈਏ ਅਸੀਂ। ਇੱਕ ਮਲਾਹ, ਬੇੜੀ ਹੁੰਦੀ ਹੈ ਨਾ, ਬੇੜੀ ਜਿਹੜੀ ਪਾਣੀ ਦੇ ਵਿੱਚ ਚੱਲਦੀ ਆ, ਉਹਦੇ ਵਿੱਚ ਮੁਸਾਫਰ ਸਫ਼ਰ ਕਰਦੇ ਨੇ। ਮਲਾਹ ਹੁੰਦਾ ਉਹਨੂੰ ਚਲਾਉਣ ਵਾਲਾ, ਜਿਹੜਾ ਚੱਪੂ ਚਲਾ ਰਿਹਾ ਹੁੰਦਾ। ਚੱਪੂ ਚਲਾ ਕੇ ਉਹ ਜਿਹੜਾ ਚਾਲਕ ਆ ਉਸਦਾ, ਕਿਸੇ ਦਾ ਥੈਲਾ ਰਹਿ ਗਿਆ 10,000 ਰੁਪਈਆ ਉਸ ਦੇ ਵਿੱਚ, ਤੇ ਉਹ ਗਿਆ, ਉਹ ਬੰਦਾ ਉਤਰ ਕੇ ਚਲੇ ਗਿਆ ਤੇ ਥੈਲਾ ਉਸਦਾ ਬੇੜੀ ਦੇ ਵਿੱਚ ਰਹਿ ਗਿਆ। ਤੇ ਉਹ ਮਲਾਹ ਭੱਜਿਆ ਉਸ ਕੋਲ ਗਿਆ ਵੀ ਆਹ ਤੁਹਾਡਾ ਜੀ ਪੈਸੇ ਉਹਦੇ ਵਿੱਚ ਰਹਿ ਗਏ ਸੀ। ਉਸਨੇ ਉਸਨੂੰ ਦੇ ਦਿੱਤੇ। ਉਸਨੇ ਬੜਾ ਧੰਨਵਾਦ ਕੀਤਾ ਉਸਦਾ। ਤੇ ਉਹੀ ਮਲਾਹ ਉਸ ਤੋਂ ਬਾਅਦ ਆਪਦੇ ਕੰਮ ਤੋਂ ਬਾਅਦ ਕਿਤੇ ਘਰ ਨੂੰ ਜਾ ਰਿਹਾ ਸੀ। ਕਿਸੇ ਇੱਕ ਬੱਚੇ ਦਾ 1 ਰੁਪਈਆ ਡਿੱਗ ਗਿਆ ਰਸਤੇ ਦੇ ਵਿੱਚ। ਮਨ ਦੀ ਅਵਸਥਾ ਦੀ ਗੱਲ ਕਰਦਾ, ਇੱਕ ਉਦਾਹਰਨ ਹੈ ਵੀ ਮਨ ਨੇ ਪਤਾ ਨਹੀਂ ਕਿਹੜੇ ਵੇਲੇ ਕੀ ਕਰ ਦੇਣਾ। ਉਸਨੇ ਕੀ ਕੀਤਾ, ਉਸ ਬੱਚੇ ਦਾ ਰੁਪਈਆ ਡਿੱਗ ਗਿਆ ਤਾਂ ਉਸਨੇ ਉਸ ਰੁਪਈਏ ਦੇ ਉੱਤੇ ਪੈਰ ਰੱਖ ਲਿਆ। ਬੱਚੇ ਨੇ ਪਿੱਛੇ ਮੁੜ ਕੇ ਦੇਖਿਆ, ਜੀ ਮੇਰਾ ਇੱਥੇ ਰੁਪਈਆ ਡਿੱਗ ਗਿਆ ਸੀ। ਕਹਿੰਦਾ ਵੀ ਮੈਂ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਕੋਈ ਧਿਆਨ ਨਹੀਂ ਦਿੰਦਾ। ਮਲਾਹ ਕਹਿੰਦਾ ਵੀ ਮੈਂ ਨਹੀਂ ਧਿਆਨ ਦਿੰਦਾ। ਤੇ ਬੱਚੇ ਕਿਹਾ ਠੀਕ ਆ ਵੀ ਸ਼ਾਇਦ ਇੱਥੇ ਹੁਣ ਨਹੀਂ ਹੋਣਾ ਜਾਂ ਖੋ ਗਿਆ। ਤੇ ਬੱਚਾ ਚਲੇ ਗਿਆ।
ਤੇ ਉਹਨੇ ਆਪਦੇ ਪੈਰ ਚੱਕਿਆ, ਪੈਰ ਦੇ ਥੱਲਿਓਂ ਰੁਪਈਆ ਚੱਕਿਆ ਤੇ ਚੱਕ ਕੇ ਆਪਣੀ ਜੇਬ ਵਿੱਚ ਪਾਇਆ ਤੇ ਘਰ ਨੂੰ ਆ ਗਿਆ। ਕੀ ਕਹਿੰਦੀ ਹੈ ਇਹ ਘਟਨਾ? ਉਸ ਦੇ ਮਨ ਨੇ ਇੱਕ ਸਮੇਂ ਤੇ 10,000 ਰੁਪਈਆ ਵੀ ਮੋੜ ਦਿੱਤਾ ਉਸ ਵਿਅਕਤੀ ਨੂੰ, ਜਿਹਨੂੰ ਉਹ ਜਾਣਦਾ ਵੀ ਨਹੀਂ ਸੀ। ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮਨ ਦੀ ਅਵਸਥਾ ਦੇਖੋ ਕਿ ਉਸਨੇ ਕੀ ਕੀਤਾ, 1 ਰੁਪਈਏ ਦੇ ਉਸਦਾ ਮਨ ਬੇਈਮਾਨ ਹੋ ਗਿਆ। 1 ਰੁਪਈਏ ਤੇ ਵੀ 1 ਰੁਪਈਏ ਤੇ ਮਨ ਬੇਈਮਾਨ ਹੋ ਗਿਆ। 10,000 ਤੇ ਨਹੀਂ ਹੋਇਆ, 1 ਰੁਪਈਏ ਤੇ ਵੀ ਉਸਦਾ ਮਨ ਬੇਈਮਾਨ। ਇਹ ਮਨ ਦਾ ਕੁਛ ਨਹੀਂ ਪਤਾ, ਮਨ ਨੇ ਕਿਹੜੇ ਵੇਲੇ ਕਿੱਥੇ ਬੇਈਮਾਨ ਹੋ ਜਾਣਾ ਇਸ ਦਾ ਕੁਛ ਨਹੀਂ ਪਤਾ। ਇਸ ਕਰਕੇ ਸਭ ਤੋਂ ਖਤਰਨਾਕ ਚੀਜ਼ ਹੈ ਇਹ। ਇਸ ਨੂੰ ਕੰਟਰੋਲ ਕਰਨਾ ਵੀ ਬਹੁਤ ਹੀ ਜ਼ਿਆਦਾ ਔਖਾ। ਇਹ ਗੁਰੂ ਨਾਨਕ ਦੇਵ ਜੀ ਨੇ ਤਾਂ ਇਸੇ ਕਰਕੇ ਹੀ ਸਾਨੂੰ ਸਪਸ਼ਟ ਹਦਾਇਤ ਦਿੱਤੀ ਆ ਕਿ ਇਸ ਨੂੰ ਜਿੱਤਣਾ ਬਹੁਤ ਜ਼ਰੂਰੀ ਆ। ਇਸ ਨੂੰ ਜਿੱਤ ਕੇ ਹੀ ਤੁਸੀਂ ਕੋਈ ਪ੍ਰਾਪਤੀ ਕਰ ਸਕਦੇ ਹੋ। ਤਾਂ ਹੀ ਤੁਹਾਨੂੰ ਇਹੀ ਸਿੱਖਿਆਵਾਂ ਨੇ। ਗੁਰਬਾਣੀ ਦੇ ਰਾਹੀਂ ਸਾਨੂੰ ਸਿੱਖਿਆ ਹੀ ਇਹੀ ਮਿਲਦੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਕਰਨਾ। ਅੱਛਾ, ਫਿਰ ਕਿਵੇਂ ਹੋਊ? ਆਖਰੀ ਇੱਕ ਆਪਾਂ ਥੋੜੀ ਹੋਰ ਗੱਲ ਕਰ ਲਈਏ, ਥੋੜੇ ਮਿੰਟ ਰਹਿੰਦੇ ਨੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਹੁਣ ਅਸਲ ਕਹਾਣੀ ਮੁੱਕਦੀ ਆ ਕਿ ਸਾਨੂੰ ਆਪਣਾ ਮਨ ਆ ਜਿਹੜਾ ਉਹ ਸਤਿਗੁਰੂ ਦੇ ਕੋਲ ਵੇਚਣਾ ਪਊਗਾ। ਵੇਚਣਾ, ਵੇਚ ਦੋ, ਸਮਝ ਲਓ ਕਿ ਚੀਜ਼ ਵੇਚਤੀ, ਕਹਾਣੀ ਖਤਮ ਹੋ ਗਈ ਉਸਦੀ, ਤੇ ਤਾਂ ਉਸ ਸੇਵਕ ਦੇ ਜਿਹੜੇ ਕਾਰਜ ਨੇ ਉਹ ਰਾਸ ਹੋ ਸਕਦੇ ਨੇ। ਆਪਣੇ ਮਨ ਦੀ ਮਰਜ਼ੀ ਸਾਡੇ ਨਹੀਂ ਚੱਲ ਸਕਦੀ। ਮਨ ਨੂੰ ਮਾਰਨਾ ਨਹੀਂ, ਮਾਰ ਕੇ ਨਹੀਂ ਚੱਲਣਾ, ਮਨ ਨੂੰ ਤਾਂ ਤਾਰਨਾ, ਉਸ ਨੂੰ ਤਾਂ ਉਭਾਰਨਾ, ਉਸ ਨੂੰ ਤਾਂ ਸਵਾਰਨਾ। ਤੇ ਉਹ ਗੁਰੂ ਦੀ ਕਿਰਪਾ ਨਾਲ ਹੋ ਸਕਦਾ, ਉਸ ਦੀ ਸੰਗਤ ਨਾਲ ਹੋ ਸਕਦਾ। ਇਹ ਸਾਰੀਆਂ ਸਿੱਖਿਆਵਾਂ ਸਾਨੂੰ ਕਿੱਥੋਂ ਮਿਲ ਸਕਦੀਆਂ ਨੇ? ਗੁਰੂ ਤੋਂ ਹੀ ਮਿਲ ਸਕਦੀਆਂ ਨੇ। ਚਾਹੇ ਉਹ, ਹੁਣ ਦੇਖੋ ਜਿੰਨੀਆਂ ਅਸੀਂ ਉਦਾਹਰਨਾਂ ਦੀ ਗੱਲ ਕੀਤੀ ਹੈ, ਗੁਰਬਾਣੀ ਅਤੇ ਸਿੱਖਿਆ ਦੇ ਪ੍ਰਸੰਗ ਦੇ ਵਿੱਚ ਜੋ ਅਸੀਂ ਇਹਨਾਂ ਉਦਾਹਰਨਾਂ ਦੀ ਗੱਲ ਕਰ ਰਹੇ ਹਾਂ, ਇਹ ਸਾਨੂੰ ਤਾਂ ਹੀ ਮਿਲਣਗੀਆਂ ਜੇ ਅਸੀਂ ਇਹਨਾਂ ਸਿਧਾਂਤਾਂ ਅਨੁਸਾਰ ਚੱਲਾਂਗੇ, ਇਹਨਾਂ ਚੀਜ਼ਾਂ ਦਾ ਅਸੀਂ ਖਿਆਲ ਰੱਖਾਂਗੇ, ਉਸ ਤਰ੍ਹਾਂ ਦੀ ਹਦਾਇਤ ਤੇ ਚੱਲਾਂਗੇ, ਤਾਂ ਹੀ ਇਹ ਸਾਨੂੰ ਸਭ ਕੁਝ ਪ੍ਰਾਪਤੀ ਹੋ ਸਕਦੀ ਆ। ਚਾਹੇ ਤੁਹਾਡੀ ਸਕੂਲੀ ਵਿੱਦਿਆ, ਸਕੂਲ ਦੀ ਸਿੱਖਿਆ, ਚਾਹੇ ਦੁਨਿਆਵੀ ਸਿੱਖਿਆ, ਇਹਦੇ ਵਿੱਚ ਕੋਈ ਫਰਕ ਨਹੀਂ। ਇਹ ਤਾਂ ਗੁਰਬਾਣੀ ਤੇ ਗੁਰੂ ਦੀ ਬਾਣੀ ਤੇ ਹਾਥੀ ਦੀ ਪੈੜ ਆ, ਤੇ ਸਾਰੀਆਂ ਸਿੱਖਿਆਵਾਂ ਨੇ, ਸਾਰਾ ਕੀ ਸਿੱਖਿਆਵਾਂ ਤੱਕ ਇਹ ਖੰਡ ਬ੍ਰਹਿਮੰਡ ਉਸ ਦੇ ਵਿੱਚ ਸਮਾਏ ਨੇ, ਉਸ ਦੇ ਥੱਲੇ ਨੇ। ਉਸ ਤੋਂ ਕਿਣਕਾ ਵੀ ਕੋਈ ਬਾਹਰ ਨਹੀਂ ਹੈ ਗੁਰੂ ਤੋਂ। ਇਸ ਕਰਕੇ ਬੱਚਿਓ, ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ, ਆਪਦੀ ਸੰਗਤ ਦਾ ਖਿਆਲ ਰੱਖਣਾ, ਤੇ ਨਿਸ਼ਚੈ ਹੀ ਜਿਹੜੀ ਸਿੱਖਿਆ ਵਾ, ਵਧੀਆ ਸਿੱਖਿਆ, ਵਧੀਆ ਸੰਗਤ ਜ਼ਰੂਰ ਤੁਹਾਡੇ ਤੇ ਅਸਰ ਲਿਆਊਗੀ। ਜਿਸ ਤਰ੍ਹਾਂ ਦੀ ਇੱਕ ਵਾਰੀ ਮੈਂ ਫਿਰ ਤੋਂ ਅੰਤ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਨੇ ਜਿਹੜੇ ਸਾਡੇ ਮੰਗਲੀ ਨੀਚੀ, ਖੁਦ ਮੈਂ ਮੰਗਲੀ ਨੀਚੀ, ਸਾਡਾ ਸਕੂਲ ਵੀ ਮੰਗਲੀ ਨੀਚੀ, 18 ਸਾਲ ਤੋਂ ਮੈਂ ਉਸ ਸਕੂਲ ਦੇ ਵਿੱਚ ਪੜ੍ਹਾ ਰਿਹਾ। ਤੇ ਇਹਨਾਂ ਦੀ ਬਹੁਤ ਸਾਡੇ ਨਾਲ ਅਟੈਚਮੈਂਟ ਆ, ਸਾਡੇ ਸਕੂਲ ਦੇ ਵਿੱਚ ਇਹਨਾਂ ਦਾ ਆਉਣਾ ਜਾਣਾ, ਤੇ ਬਹੁਤ ਇਹਨਾਂ ਨਾਲ ਸਾਡਾ ਤਾਲਮੇਲ ਬਣਿਆ ਰਹਿੰਦਾ। ਚਲੋ ਜੋ ਅਸੀਂ ਕਰਨ ਜੋਗੇ ਹਾਂ, ਅਸੀਂ ਜੋ ਸਾਡੀ ਔਕਾਤ ਹੈ ਕਰਨ ਜੋਗੀ, ਉਨਾ ਕੁ ਅਸੀਂ ਕੋਸ਼ਿਸ਼ ਕਰਦੇ ਹਾਂ ਕਰਨ ਦੀ ਕਿ ਕਿਸੇ ਬੱਚੇ ਦਾ, ਇਹਨਾਂ ਨਾਲ ਬੱਚੇ ਨੂੰ ਜੋੜਿਆ ਜਾਵੇ। ਤੇ ਬਾਕੀ ਇਹ ਵੀ ਬਹੁਤ ਕੋਸ਼ਿਸ਼ ਕਰਦੇ ਨੇ, ਪੂਰੇ ਸਮਰਪਿਤ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸਰਬਜੀਤ ਸਿੰਘ ਦਾ, ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਦਿਲੋਂ। ਤੇ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਅੱਜ ਸਾਨੂੰ, ਮੈਨੂੰ ਨਿਮਾਣੇ ਜਿਹੇ ਸੇਵਕ ਨੂੰ ਇੱਥੇ ਮੌਕਾ ਦਿੱਤਾ। ਤੇ ਇਸ ਦੇ ਨਾਲ ਹੀ ਮੈਂ ਆਪਣਾ ਲੈਕਚਰ ਖਤਮ ਕਰਦਾ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਵੀਰ ਬਲਰਾਜ ਸਿੰਘ ਜੀ, ਨੀਵੀਂ ਮੰਗਲੀ, ਬਹੁਤ ਬਹੁਤ ਧੰਨਵਾਦ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਸੌਖੀਆਂ ਕਹਾਣੀਆਂ ਸਾਖੀਆਂ ਦੇ ਵਿੱਚੋਂ ਸਮਝਾਉਣਾ ਕੀਤਾ।
ਹੁਣ ਕੁਝ ਕੁ ਹੈਂਡ ਰੇਜ਼ ਨੇ ਜੀ, ਬੱਚਿਆਂ ਦੇ ਸਵਾਲ ਹੋਣਗੇ। ਬੱਚਿਆਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਦੇ ਨਾਲ ਸੰਬੰਧਿਤ ਤੁਸੀਂ ਆਪਣੇ ਸਵਾਲ ਹੈ ਜਿਹੜੇ ਰੱਖ ਸਕਦੇ ਹੋ ਜੀ। ਹਾਂਜੀ ਹਾਂਜੀ ਬੇਟਾ ਜੀ, ਅਨਮਿਊਟ ਕਰੋ। ਖਾਲਸਾ ਜੀ ਫਤਿਹ ਜੀ। मैम मेरा एक क्वेश्चन ਵਾਹਿਗੁਰੂ सी ਜੀ जी ਕੀ ਫਤਿਹ। ਹਾਂਜੀ मैम ਅਸੀਂ ਸਿੱਖਿਆ ਜਿਹੜੇ ਦੇਣ ਵਾਲੇ ਉਹਨਾਂ ਨੂੰ ਕਿਵੇਂ ਜਾਣ ਸਕਦੇ ਹਾਂ ਵੀ ਇਹ ਸਹੀ ਸਿੱਖਿਆ ਦੇਊਗਾ, ਉਹਨਾਂ ਦੀ ਚੋਣ ਕਿਵੇਂ ਕਰ ਸਕਦੇ ਹਾਂ ਜੀ? ਹਾਂਜੀ ਬੇਟਾ, ਹਾਂਜੀ ਬੇਟਾ, ਦੇਖੋ ਬੱਚੇ ਨੇ ਸਵਾਲ ਪੁੱਛਿਆ ਕਿ ਅਸੀਂ ਸਿੱਖਿਆ ਦੇਣ ਵਾਲੇ ਦੀ ਚੋਣ ਕਿਵੇਂ ਕਰ ਸਕਦੇ ਹਾਂ। ਬੇਟਾ ਸਾਡੇ ਕੋਲੇ ਜਿਹਦੇ ਕੋਲੇ ਸੂਰਜ ਹੋਵੇ ਨਾ, ਉਸ ਨੂੰ ਦੀਵਿਆਂ ਦੀ ਜਾਂ ਛੋਟੇ ਛੋਟੇ ਬਲਬਾਂ ਦੀ ਲੋੜ ਨਹੀਂ ਪੈਂਦੀ। ਸਾਡੇ ਕੋਲ ਤਾਂ ਸੂਰਜ ਹੈ, ਸਾਡੇ ਕੋਲ ਤਾਂ ਸਾਗਰ ਆ, ਗਿਆਨ ਦਾ ਸਾਗਰ ਆ। ਸਹੀ ਜਾਂ ਗਲਤ ਦਾ ਤਾਂ ਕੋਈ ਉਹਦੇ ਤੇ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਅਸੀਂ ਇਹ ਸਿੱਖਿਆ ਲੈਣੀ ਆ। ਕੋਈ ਨਹੀਂ ਕਿਸੇ ਨੂੰ ਹੋਰ ਕਿਹਦੋਂ, ਅਸੀਂ ਕਿਸੇ ਪਰਸਨਲ ਵਿਅਕਤੀ ਦੀ ਨਹੀਂ ਗੱਲ ਕਰ ਰਹੇ ਵੀ ਕੋਈ ਸਾਨੂੰ ਕੋਈ ਦੇਹਧਾਰੀ ਗੁਰੂ ਹੋਊਗਾ ਤੇ ਸਾਨੂੰ ਉਹ ਹੀ ਸਿੱਖਿਆ ਦਊਗਾ। ਤੁਸੀਂ ਆਪਣੇ ਗੁਰੂ ਨਾਲ ਗੱਲ ਕਰਕੇ ਦੇਖੋ, ਗੁਰੂ ਗ੍ਰੰਥ ਸਾਹਿਬ ਨਾਲ ਤੁਸੀਂ ਗੱਲ ਕਰਕੇ ਦੇਖੋ। ਗੁਰੂ ਗ੍ਰੰਥ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ, ਸਿੱਖਿਆ ਦੇਣਗੇ। ਤੁਹਾਡੇ ਕੋਲ ਕਨਫਿਊਜ਼ਨ ਹੈ ਕੋਈ ਵੀ, ਤੁਹਾਨੂੰ ਸਿੱਖਿਆ ਉੱਥੋਂ ਹੀ ਮਿਲਣੀ ਆ, ਸਹੀ ਸਿੱਖਿਆ ਉੱਥੋਂ ਹੀ ਮਿਲਣੀ ਆ। ਤੁਹਾਨੂੰ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਠੀਕ ਤੇ ਗਲਤ ਦਾ, ਤੁਹਾਨੂੰ ਆਪੇ ਹੀ ਅੰਦਾਜ਼ਾ ਲੱਗਣ ਲੱਗ ਜਾਂਦਾ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਆਟੋਮੈਟਿਕਲੀ ਤੁਹਾਨੂੰ ਕਿਸੇ ਵਿਚੋਲੇ ਦੀ ਵਿੱਚ ਲੋੜ ਨਹੀਂ ਪੈਣੀ ਤੇ ਤੁਹਾਨੂੰ ਸਿੱਧੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਤੋਂ ਮਿਲੂ। ਤੇ ਨਿਸ਼ਚੈ ਹੀ ਔਰ ਸਪਸ਼ਟ ਹੈ ਇਹ ਗੱਲ ਕਿ ਉਹ ਸਿੱਖਿਆ ਤਾਂ ਸਹੀ ਹੀ ਹੋਊਗੀ। ਇਸ ਕਰਕੇ ਇਹਦੇ 'ਚ ਕੋਈ ਸੰਦੇਹ ਜਾਂ ਕੋਈ ਇਹਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈ ਕਿ ਵੀ ਸਾਨੂੰ ਕੋਈ ਗਲਤ ਸਿੱਖਿਆ ਮਿਲਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ। ਹਾਂਜੀ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ। ਸਰ ਮੇਰਾ ਕੁਐਸਚਨ ਹੈ, ਜਿਵੇਂ ਤੁਸੀਂ ਕਿਹਾ ਸੀ ਮਨ ਜਿੱਤਿਆ ਜਗਜੀਤ, ਅਸੀਂ ਮਨ ਨੂੰ ਕਿਵੇਂ ਜਿੱਤ ਸਕਦੇ ਹਾਂ? ਹਾਂਜੀ, ਬੱਚੀ ਦਾ ਸਵਾਲ ਹੈ ਕਿ ਅਸੀਂ ਮਨ ਨੂੰ ਕਿਵੇਂ ਜਿੱਤ ਸਕਦੇ ਹਾਂ। ਦੇਖੋ ਬੇਟਾ, ਦੇਖੋ ਗੁਰਬਾਣੀ ਦੇ ਵਿੱਚ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ ਸ਼ਬਦ ਆ ਜਾਂਦੇ ਨੇ ਜਿੱਥੇ ਸਾਨੂੰ ਲੱਗਦਾ ਵੀ ਇੱਕ ਸ਼ਬਦ ਇਸ ਤਰ੍ਹਾਂ ਚੱਲ ਰਿਹਾ, ਦੂਜਾ ਸ਼ਬਦ ਇਸ ਤਰ੍ਹਾਂ ਉਹਦੇ ਵਿਰੋਧ ਦੇ ਵਿੱਚ ਚੱਲ ਰਿਹਾ। ਹਾਲਾਂਕਿ ਗੁਰਬਾਣੀ ਦੇ ਵਿੱਚ ਕੋਈ ਵੀ ਵਿਰੋਧਾਭਾਸ ਨਹੀਂ, ਕੰਟਰਾਡਿਕਸ਼ਨ ਨਹੀਂ ਹੈ ਕਿ ਇੱਕ ਗੱਲ ਕਹੀ ਹੋਈ ਆ ਤੇ ਉਸ ਨੂੰ ਦੂਜੀ ਗੱਲ ਉਹ ਕੱਟ ਰਹੀ ਆ। ਸਪਸ਼ਟ ਗੱਲ ਹੈ, ਮਨ ਜੀਤੇ ਜਗ ਜੀਤ। ਅਸੀਂ ਇਸ ਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ, ਜੋ ਮੇਰਾ ਆਪਦਾ ਨਿੱਜੀ ਤਜਰਬਾ, ਦੇਖੋ ਮੈਨੂੰ ਭਾਵੇਂ ਇੰਨਾ ਗਿਆਨ ਨਹੀਂ ਹੈ, ਮੈਂ ਤੁਹਾਨੂੰ ਇੱਕ ਆਪਣੀ ਉਦਾਹਰਨ ਦਿੰਦਾ। ਮੇਰੇ ਤੋਂ ਨਾ ਸਵੇਰੇ ਨਹੀਂ ਸੀ ਉੱਠਣ ਦਾ। ਮੈਨੂੰ ਸਰਬਜੀਤ ਸਰ ਬੜਾ ਕਹਿੰਦੇ ਸੀ ਵੀ ਤੂੰ ਉੱਠ ਕੇ ਇਸ ਤਰ੍ਹਾਂ, ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਸੀ। ਮੰਨਦਾ ਕੀ ਕਰੀਏ, ਮਨ ਨਹੀਂ ਮੰਨਦਾ ਜੀ। ਮਨ ਸਾਜਰੇ ਉੱਠਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ। ਹੁਣ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਕਿਵੇਂ ਮਨ ਕਿਵੇਂ ਜਿੱਤੀਏ, ਹੁਣ ਉਹ ਤੁਹਾਡੇ ਵੱਸ ਕਿਵੇਂ ਆ। ਮੈਂ ਸਿਰਫ ਇੱਕ ਆਪਣੀ ਉਦਾਹਰਨ ਦਿੰਦਾ। ਬੜਾ ਨਕੰਮਾਪਨ ਹੋ ਜਾਣਾ। ਜਿਸ ਲੋਕਡਾਊਨ ਹੋਇਆ ਉਸ ਤੋਂ ਬਾਅਦ ਕੀ ਹੋਇਆ, ਹੁਣ ਕਿਹੜਾ ਜੀ ਸਕੂਲ ਜਾਣਾ ਸੀ, ਹੁਣ ਤਾਂ ਅਸੀਂ ਆਰਾਮ ਨਾਲ ਉੱਠਾਂਗੇ। ਆਰਾਮ ਨਾਲ ਉੱਠਣਾ, ਸੈਰ ਸੂਰ ਕਰਨੀ ਤੇ ਕੀ ਕਰਨਾ, ਆਪਦਾ ਜੀ 8:30 ਜੀ 8:45 ਪਾਠ ਕਰਨਾ ਸੀ ਉੱਠ ਕੇ। ਬੜਾ ਚੱਲ ਰਿਹਾ, ਮਹੀਨਾ ਚੱਲਿਆ, 2 ਮਹੀਨੇ ਚੱਲਿਆ। ਤੇ ਦੇਖੋ ਜੀ, ਮਨ ਕੀ ਕਹਿੰਦਾ, ਮਨ ਕਹਿੰਦਾ ਛੱਡ, ਤੈਂ ਕਿਹੜਾ ਸਵੇਰੇ ਸਕੂਲ ਜਾਣਾ। ਹੁਣ ਤੁਸੀਂ ਵੀ ਇਸ ਤਰ੍ਹਾਂ ਕੀਤਾ ਹੋਊਗਾ, 21 ਮਾਰਚ ਤੋਂ ਬਾਅਦ ਲਾਕਡਾਊਨ ਹੋ ਗਿਆ, ਤੁਸੀਂ ਵੀ ਕੀਤਾ ਹੋਊ। ਤੇ ਫਿਰ ਕੀ ਕੀਤਾ ਵੀ ਬੜਾ ਚੰਗਾ ਨਾ ਲੱਗੇ ਪਰ ਮਨ ਨਹੀਂ ਮੰਨਦਾ। ਬੱਚਿਓ ਮੈਂ ਕੀ ਕੀਤਾ, ਮੈਂ ਸਵੇਰ ਸ਼ਾਮ ਜਦੋਂ ਪਾਠ ਕਰਨਾ ਨਾ, ਫਿਰ ਅਰਦਾਸ ਕਰਨੀ ਸ਼ੁਰੂ ਕਰਤੀ। ਵਿੱਚ ਅਰਦਾਸ ਦੇ ਵਿੱਚ ਅੜਕਿਆ ਕਿ ਪ੍ਰਮਾਤਮਾ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਬਖਸ਼ੀ। ਕਰੀ ਜਾਣੀ ਅਰਦਾਸ, ਕਰੀ ਜਾਓ, ਤੁਸੀਂ ਕਰੀ ਜਾਓ ਅਰਦਾਸ, ਤੁਸੀਂ ਕਰੀ ਜਾਓ। ਦੇਖੋ ਜੀ, ਮਹੀਨਾ ਲੰਘਿਆ, 2 ਮਹੀਨੇ ਲੰਘੇ, 3 ਮਹੀਨੇ ਵੀ ਲੰਘ ਗਏ ਉਹ ਵੀ। ਮੈਂ ਜੀ ਹੁਣ ਫਿਰ ਕਿਰਪਾ ਹੋਈ। ਦੇਖੋ ਵੀ ਮੈਂ ਇਹਦੇ ਤੇ ਕੋਈ ਹੰਕਾਰ ਜਾਂ ਮਾਣ ਨਹੀਂ ਕਰਦਾ, ਇਹ ਤਾਂ ਗੁਰੂ ਅੱਗੇ ਅਰਦਾਸਾਂ ਕਰਨੀਆਂ ਪੈਂਦੀਆਂ। ਪ੍ਰਮਾਤਮਾ, ਆਪਾਂ ਕਰਦੇ ਆ ਨਾ ਅਰਦਾਸ, ਸਿੱਖਾਂ ਦਾ ਮਨ ਨੀਵਾਂ,
ਮਤ ਉੱਚੀ, ਮਤ ਬੁੱਧ ਦਾ ਰਾਖਾ ਆਪ ਵਾਹਿਗੁਰੂ, ਉਹ ਆਪ ਹੀ ਕਰਨ ਵਾਲਾ, ਉਹਨੇ ਕਰਨਾ, ਅਸੀਂ ਨਹੀਂ ਕਰਨਾ। ਮੇਰਾ ਜੀ ਹੁਣ ਸਿਸਟਮ ਠੀਕ ਹੈ, 4 ਵਜੇ ਉੱਠਣਾ ਜੀ ਪਰਮਾਤਮਾ ਨੇ ਬਲ ਬਖਸ਼ਿਆ, ਬਹੁਤ ਵਧੀਆ ਲੱਗਦਾ। ਜੇ ਹੁਣ ਕਹਾਂ, ਹੁਣ ਬੱਚੇ ਨੇ ਇੱਕ ਪ੍ਰਸ਼ਨ ਪੁੱਛਿਆ ਹੈ, ਕੁਐਸਚਨ ਪੁੱਛਿਆ ਵੀ ਇਹ ਮਨ ਨੂੰ ਤਾਂ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਗੁਰੂ ਦੇ ਅੱਗੇ ਪੂਰੇ ਮਨ ਦੇ ਨਾਲ ਅਰਦਾਸ ਕਰੋ ਵੀ ਪਰਮਾਤਮਾ ਸਾਨੂੰ ਇਸ ਤਰ੍ਹਾਂ ਦਾ ਬਲ ਬਖਸ਼, ਬੁੱਧੀ ਬਖਸ਼ ਵੀ ਅਸੀਂ, ਸਰ ਮੇਰਾ ਮਨ ਆ ਜਿਹੜਾ, ਇਹ ਕੱਲ ਮੈਂ ਇੱਕ ਉੱਠਣ ਦੀ ਉਦਾਹਰਨ ਦੀ ਗੱਲ ਕਰ ਰਿਹਾ, ਇਹ ਤੋਂ ਹਟ ਕੇ ਤੁਸੀਂ ਕੁਝ ਹੋਰ ਵੀ ਕਰਨਾ ਚਾਹੁੰਦੇ ਹੋ ਨਾ, ਕੁਝ ਪ੍ਰਾਪਤੀ ਕਰਨਾ ਚਾਹੁੰਦੇ ਹੋ, ਤੁਸੀਂ ਪਾਠ ਕਰਨ ਤੋਂ ਬਾਅਦ ਅਰਦਾਸ ਕਰੋ। ਤੁਸੀਂ ਅਰਦਾਸ ਜ਼ਰੂਰ ਕਰੋ, ਅਰਦਾਸ ਕਰੋ ਡਾਇਰੈਕਟ, ਤੁਸੀਂ ਸਿੱਧੀ ਅਰਦਾਸ ਕਰੋ, ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਊਗੀ ਬੱਚੇ, ਤੁਹਾਡੀ ਪੂਰੀ ਹੋਊਗੀ। ਮਨ ਤਾਂ ਕਿ ਸਭ ਕੁਝ ਵੀ ਤੁਹਾਡੇ ਵਿੱਚ ਕਾਬੂ ਚ ਆ ਜਾਊਗਾ, ਪਰ ਆਉਣਾ ਤੁਹਾਡੀ ਮਰਜ਼ੀ ਨਾਲ ਨਹੀਂ, ਉਸ ਪਰਮਾਤਮਾ ਦੀ ਮਰਜ਼ੀ ਨਾਲ ਆਉਣਾ। ਤੇ ਉਹਨੂੰ ਤੁਸੀਂ ਬੇਨਤੀ ਕਰਨੀ ਆ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਬੇਨਤੀ ਕਰਨੀ ਆ, ਗੁਰੂ ਦੇ ਅੱਗੇ ਬੇਨਤੀ ਕਰਨੀ ਆ ਕਿ ਗੁਰੂ ਸਾਡੇ ਤੇ ਕਿਰਪਾ ਕਰ, ਬਖਸ਼ਿਸ਼ ਕਰ, ਮੈਂ ਇਹ ਚਾਹੁੰਦਾ ਵਾਂ, ਮੇਰੇ ਤੇ ਕਿਰਪਾ ਕਰ। ਠੀਕ ਹੈ ਬੱਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਮੈਮ, ਹਾਂਜੀ ਬੇਟਾ ਜੀ। ਅਧਿਆਤਮਕ ਸਿੱਖਿਆ ਕਿਸ ਨੂੰ ਕਹਿੰਦੇ ਆ? ਅਧਿਆਤਮਕ ਸਿੱਖਿਆ ਕਿਸ ਨੂੰ ਕਹਿੰਦੇ ਜੀ? ਹਾਂਜੀ ਬੇਟਾ, ਹਾਂਜੀ, ਇੱਕ ਤਾਂ ਹੁੰਦੀ ਸਾਡੀ, ਜਿਵੇਂ ਇਸ ਤਰ੍ਹਾਂ ਸਟਾਰਟਿੰਗ 'ਚ ਗੱਲ ਕੀਤੀ ਸੀ, ਇੱਕ ਤਾਂ ਹੋ ਗਈ ਸਾਡੀ ਦੁਨਿਆਵੀ ਸਿੱਖਿਆ, ਦੁਨਿਆਵੀ ਹੋ ਗਈ। ਜਿਸ ਤਰ੍ਹਾਂ ਬੱਚੋ ਤੁਸੀਂ ਸਕੂਲ ਜਾਂਦੇ ਹੋ, ਇਸ ਤਰ੍ਹਾਂ ਸਾਡੀ ਦੁਨਿਆਵੀ ਸਿੱਖਿਆ, ਤੁਸੀਂ ਪੜ੍ਹਦੇ ਹੋ, ਕਿਤਾਬਾਂ ਪੜ੍ਹਦੇ ਹੋ। ਇੱਕ ਅਧਿਆਤਮਕ ਸਿੱਖਿਆ ਜਿਹੜੀ, ਜਿਸ ਵਿੱਚ ਆਤਮਾ ਤੇ ਪਰਮਾਤਮਾ ਦੀਆਂ ਗੱਲਾਂ ਹੋਣ, ਉਹ ਸਿੱਖਿਆ ਜਿਹੜੀ ਅਸੀਂ ਗ੍ਰਹਿਣ ਕਰਦੇ ਹਾਂ, ਧਰਮ ਦੇ ਰਾਹੀਂ ਜਿਹੜੀ ਅਸੀਂ ਗ੍ਰਹਿਣ ਕਰਦੇ ਹਾਂ, ਉਸ ਨੂੰ ਅਧਿਆਤਮਕ ਸਿੱਖਿਆ ਕਹਿੰਦੇ ਹਾਂ। ਪੰਜਾਬੀ ਦੇ ਵਿੱਚ 10ਵੀਂ ਤੋਂ ਬਾਅਦ ਜਦੋਂ 11ਵੀਂ 12ਵੀਂ ਦੇ ਸਟੈਂਡਰਡ ਦੇ ਵਿੱਚ ਜਾਂਦੇ ਹਾਂ ਅਸੀਂ, ਪੰਜਾਬੀ ਦੇ ਵਿੱਚ ਇਲੈਕਟਿਵ ਪੰਜਾਬੀ, ਚੋਣਵੀਂ ਪੰਜਾਬੀ ਦੇ ਵਿੱਚ ਜਾਂਦੇ ਹਾਂ, ਉੱਥੇ 2 ਸ਼ਬਦ ਆਉਂਦੇ ਨੇ ਵਿੱਚ, ਇੱਕ ਇਸ਼ਕ ਹਕੀਕੀ, ਇਸ਼ਕ ਮਜਾਜੀ। 2 ਤਰ੍ਹਾਂ ਦੇ ਸ਼ਬਦ ਆਉਂਦੇ ਨੇ ਸੂਫੀ ਕਾਵ ਦੇ ਵਿੱਚ। ਉਹ ਇਸ ਨੂੰ ਹੀ ਡਿਫਾਈਨ ਕਰਦੇ ਨੇ ਕਿ ਇਸ਼ਕ ਹਕੀਕੀ, ਇਸ਼ਕ ਮਜਾਜੀ। ਇਸ਼ਕ 2 ਤਰ੍ਹਾਂ ਦਾ ਹੁੰਦਾ, ਇੱਕ ਦੁਨਿਆਵੀ ਇਸ਼ਕ ਹੁੰਦਾ, ਜਿਸ ਤਰ੍ਹਾਂ ਅਸੀਂ ਸੁਣਿਆ ਹੀਰ ਰਾਂਝਾ, ਸੱਸੀ ਪੁੰਨੂ, ਯੂਸਫ ਜ਼ੁਲੈਖਾਂ, ਮਿਰਜ਼ਾ ਸਾਹਿਬਾ, ਹੀਰ ਰਾਂਝਾ, ਇਹ ਸਾਰਿਆਂ ਦੇ ਕੀ ਸੀ? ਇਸ਼ਕ ਮਜਾਜੀ। ਇੱਕ ਹੁੰਦਾ ਇਸ਼ਕ ਹਕੀਕੀ, ਹਕੀਕੀ ਹਕੀਕਤ ਨਾਲ ਪਿਆਰ, ਪਰਮਾਤਮਾ ਨਾਲ ਪਿਆਰ, ਪਰਮਾਤਮਾ ਦੀਆਂ ਜਿਹਦੇ ਵਿੱਚ ਗੱਲਾਂ ਹੋਣ। ਇੱਕ ਤਾਂ ਹੋ ਗਿਆ ਦੁਨਿਆਵੀ ਪਿਆਰ, ਇੱਕ ਹੋ ਗਿਆ ਪਰਮਾਤਮਾ ਨਾਲ ਪਿਆਰ। ਇਸ ਤਰ੍ਹਾਂ ਇੱਕ ਦੁਨਿਆਵੀ ਸਿੱਖਿਆ ਹੋ ਗਈ, ਇੱਕ ਹੋ ਗਈ ਆਤਮਾ ਪਰਮਾਤਮਾ ਦੀਆਂ ਗੱਲਾਂ, ਜਿਹਦੇ ਵਿੱਚ ਉਸ ਪਰਮਾਤਮਾ ਦੀ ਸਿੱਖਿਆ, ਉਸ ਦੀਆਂ ਸਿੱਖਿਆਵਾਂ ਦੀ ਗੱਲ, ਤੇ ਉਸ ਨੂੰ ਕਹਿੰਦੇ ਨੇ ਅਧਿਆਤਮਕ ਤੌਰ, ਅਧਿਆਤਮਕ ਸਿੱਖਿਆ। ਹਾਂਜੀ ਬੇਟਾ। ਵਾਹਿਗੁਰੂ ਜੀ ਕੀ ਫਤਿਹ। ਜੇ ਬੰਦਾ, ਮੇਰਾ ਕੁਛ ਨਹੀਂ ਹੈ, ਜੇ ਬੰਦਾ ਬੁਰੀ ਸੰਗਤ ਚ ਪੈ ਜਾਂਦਾ, ਉਹਨੂੰ ਗੁਰੂ ਜੀ ਦੇ ਲੜ ਲਾਉਣਾ ਹੁੰਦਾ, ਤੇ ਉਹ ਕਿਵੇਂ ਲਾ ਸਕਦੇ ਆ? ਹਾਂਜੀ ਬੇਟਾ। ਹਾਂਜੀ ਬੇਟਾ ਤੁਸੀਂ ਪੁੱਛਿਆ ਕਿ ਬੁਰੀ ਸੰਗਤ ਦੇ ਵਿੱਚ ਬੰਦਾ ਪੈ ਗਿਆ ਤੇ ਉਸ ਨੂੰ ਗੁਰਬਾਣੀ ਦੇ ਨਾਲ ਕਿਵੇਂ ਜੋੜ ਸਕਦੇ ਹਾਂ। ਦੇਖੋ, ਪਹਿਲੀ ਗੱਲ ਤਾਂ ਇਹਦੇ ਵਿੱਚ ਇਹ ਕਰੂੰਗਾ ਮੈਂ, ਇੱਕ ਪਾਸੇ ਗੁਰੂ ਸਾਹਿਬ ਦੇਖੋ ਲਿਖਦੇ ਨੇ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਉਹ ਪਰਮਾਤਮਾ ਦੀ ਇੱਕ ਤਾਂ ਮਰਜ਼ੀ ਹੁੰਦੀ ਹੈ ਕਿ ਉਸਨੇ ਕਿਸ ਨੂੰ ਡੁਬੋਣਾ ਤੇ ਕਿਸ ਨੂੰ ਬਚਾਉਣਾ। ਹੁਣ ਸ਼ਾਇਦ ਤੁਸੀਂ ਮੇਰੇ ਸ਼ਬਦ ਨਾ ਫੜ ਸਕੋ, ਕਿਸ ਨੂੰ ਮਾੜੇ ਕੰਮਾਂ ਦੇ ਵਿੱਚ ਪਾਉਣਾ, ਕਿਸ ਨੂੰ ਤੁਸੀਂ ਚੰਗੇ ਕੰਮਾਂ ਦੇ ਵਿੱਚ ਪਾਉਣਾ, ਇਹ ਕਿਹਦੇ ਤੇ ਡਿਪੈਂਡ ਕਰਦਾ? ਉਸ ਪਰਮਾਤਮਾ ਤੇ ਹੀ ਡਿਪੈਂਡ ਕਰਦਾ। ਹੁਣ ਅਸੀਂ ਗੱਲ ਕਰੀਏ, ਚਲੋ ਇਹ ਤਾਂ ਪਰਮਾਤਮਾ ਤੇ ਡਿਪੈਂਡ ਕਰਦਾ। ਹੁਣ ਤੁਹਾਡੇ ਪ੍ਰਸ਼ਨ ਦਾ ਦੂਜਾ ਪੱਖ ਮੈਂ ਲੈਣਾ ਕਿ ਫਿਰ ਕਰੀਏ ਕੀ? ਬੱਚੇ, ਇੱਕੋ ਇੱਕ ਹੱਲ ਜਿਹਦੀ ਆਪਾਂ ਆਪਣੇ ਲੈਕਚਰ ਦੇ ਵਿੱਚ ਗੱਲ ਕੀਤੀ ਹੈ ਸਾਰੇ ਦੇ ਵਿੱਚ, ਕਿ ਜੇਕਰ ਉਸ ਦੀ ਸੰਗਤ ਬਦਲ ਜਾਵੇ, ਉਸ ਦੀ ਸਿਰਫ ਸੰਗਤ ਬਦਲ ਦੋ, ਉਹਨੂੰ ਬਸ ਉਹ ਸੰਗਤ ਬਦਲ ਲਵੇ, ਉਹਨੂੰ ਕੁਝ ਕਹਿਣ ਦੀ ਲੋੜ ਨਹੀਂ, ਸਿਰਫ ਉਹਨਾਂ ਦੀਆਂ ਗੱਲਾਂ ਹੀ ਸੁਣੀ ਜਾਵੇ, ਉਹਨਾਂ ਦੇ ਵਿੱਚ ਬੈਠਣ ਹੀ ਲੱਗ ਜਾਵੇ ਨਾ, ਸਮਝ ਲਓ ਕਿ ਉਸ ਦਾ ਪੇੜਾ ਪਾਰ ਹੋ ਗਿਆ, ਉਹ ਆਪਦੀਆਂ ਬੁਰੀਆਂ ਆਦਤਾਂ ਨੂੰ ਛੱਡ ਦੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ। ਸਰ ਮੈਂ ਇਹ ਦੱਸਣਾ ਚਾਹਾਂਗੀ ਵੀ ਆਪਾਂ ਕਹਿ ਦਿੰਦੇ ਆ ਨਾ ਵੀ ਰੱਬ ਹੈ ਜਿਹੜਾ ਉਹ ਸਾਡੇ ਹਮੇਸ਼ਾ ਹਰ ਇੱਕ ਮਨੁੱਖ ਦੇ ਅੰਦਰ ਹੁੰਦਾ ਹੈ। ਮੈਂ ਉਹ ਥੋੜੀ ਜਿਹੀ ਮਿੰਟ ਲੈ ਕੇ ਇਹ ਦੱਸਣਾ ਚਾਹਾਂਗੀ ਵੀ ਉਹ ਪਰਮਾਤਮਾ ਸਾਡੇ ਅੰਦਰ ਕਿਵੇਂ ਹੁੰਦਾ ਹੈ। ਮੰਨ ਲਓ ਜਦੋਂ ਆਪਾਂ ਮੈਂ ਹੀ ਕਹਿ ਦਾਂ ਵੀ ਹਨਾ ਮੇਰੇ BSc ਦੇ ਵਿੱਚੋਂ ਮੈਂ ਟੌਪ ਕਰਾਂ, ਠੀਕ ਹੈ ਜੀ। ਹੁਣ ਉਹ ਮੈਂ ਮਤਲਬ ਵੀ ਜੇ ਮੈਂ ਟੌਪ ਕਰਾਂ ਤਾਂ ਮੈਂ ਇਕੱਲੀ ਅਰਦਾਸ ਕਰੀ ਜਾਵਾਂ ਵੀ ਵਾਹਿਗੁਰੂ ਜੀ ਮੈਨੂੰ BSc ਚੋਂ ਟੌਪ ਕਰਾ ਦਿਓ। ਕੀ ਮੈਂ ਟੌਪ ਕਰ ਸਕਦੀ ਹਾਂ? ਨਹੀਂ। ਜਿੰਨਾ ਟਾਈਮ ਮੈਂ ਖੁਦ ਆਪਦੇ ਐਫਰਟਸ ਨਹੀਂ ਕਰਾਂਗੀ, ਮਤਲਬ ਮੇਰਾ ਅੰਦਰਲਾ ਮਨ ਮੈਨੂੰ ਮਿਹਨਤ ਕਰਨ ਨੂੰ ਨਹੀਂ ਕਹੂਗਾ, ਉਹਨਾਂ ਟਾਈਮ ਮੈਂ ਕਦੇ ਵੀ ਟੌਪ ਨਹੀਂ ਕਰ ਸਕਦੀ। ਇਸ ਲਈ ਤਾਂ ਹਮੇਸ਼ਾ ਇਹ ਕਿਹਾ ਜਾਂਦਾ ਕਿ ਵੀ ਰੱਬ ਸਾਡੇ ਅੰਦਰ ਹੈ। ਹੁਣ ਆਪਾਂ ਕਿਸੇ ਹੋਰ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਆਪਾਂ ਕਹੀਏ ਕਿ ਸਾਡੇ ਘਰੇ ਕੋਠੀ ਪੈ ਜੇ। ਹੁਣ ਆਪਾਂ ਅਰਦਾਸ ਕਰੀ ਜਾਵਾਂਗੇ ਵੀ ਸਾਡੇ ਘਰੇ ਕੋਠੀ ਪੈ ਜੇ, ਕਿ ਸਾਡੇ ਘਰੇ ਕੋਠੀ ਪੈ ਜੂਗੀ? ਐਵੇਂ ਨਹੀਂ ਪੈਂਦੀ। ਜਿੰਨਾ ਟਾਈਮ ਆਪਾਂ ਮਿਸਤਰੀ ਨਹੀਂ ਲਾਉਂਦੇ, ਮਤਲਬ ਆਪਾਂ ਅੰਦਰੋਂ ਐਫਰਟਸ ਨਹੀਂ ਕਰਦੇ, ਉਸੇ ਤਰ੍ਹਾਂ ਹੀ ਆਪਾਂ ਅੰਦਰੋਂ ਐਫਰਟਸ ਕਰਾਂਗੇ। ਅੰਦਰ ਕੀ ਹੈ? ਅੰਦਰ ਵੀ ਸਾਡੇ ਰੱਬ ਹੈ। ਇਸ ਕਰਕੇ ਕਿਹਾ ਜਾਂਦਾ ਕਿ ਪਰਮਾਤਮਾ ਹਰ ਇੱਕ ਦੇ ਦਿਲ ਦੇ ਵਿੱਚ ਹੁੰਦਾ, ਕਿਸੇ ਦਾ ਵੀ ਮਨ ਨਹੀਂ ਦਿਖਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ, ਹਾਂਜੀ ਬਿਲਕੁਲ ਬੇਟਾ। ਪਰਮਾਤਮਾ ਤਾਂ ਸਾਡੇ ਅੰਦਰ ਕੀ, ਉਹ ਤਾਂ ਕਣ-ਕਣ ਦੇ ਵਿੱਚ ਮੌਜੂਦ ਹੈ, ਉਹ ਤਾਂ ਕਣ-ਕਣ ਦੇ ਵਿੱਚ ਹੀ ਮੌਜੂਦ ਹੈ। ਤੇ ਪਰ ਅਸੀਂ ਆਪਣੇ ਆਪ, ਸਾਡੀ ਮਰਿਆਦਾ ਕੀ ਹੈ, ਜੋ ਗੁਰਬਾਣੀ ਦੀ ਹਦਾਇਤ ਦੇ ਮੁਤਾਬਕ ਕੀ ਆ, ਗੁਰੂ ਦੀ ਸਿੱਖਿਆ ਕੀ ਕਹਿੰਦੀ ਆ, ਸਾਡੀ ਅਰਦਾਸ ਕਰਨੀ ਤਾਂ ਬਣਦੀ ਹੈ। ਅਰਦਾਸ ਤਾਂ ਅਸੀਂ ਉਸ ਅੱਗੇ ਕਰਨੀ ਓ ਕਰਨੀ ਆ। ਹਾਂ, ਕੱਲੀ ਅਰਦਾਸ ਕਰਨ ਨੂੰ ਗੁਰੂ ਸਾਹਿਬ ਨੇ ਕਦੀ ਨਹੀਂ ਕਿਹਾ, ਕੱਲੀ ਅਰਦਾਸ ਨਹੀਂ ਕਰਨੀ, ਉਹਦੇ ਲਈ ਯਤਨ ਵੀ ਕਰਨੇ ਨੇ, ਉਹਦੇ ਲਈ ਮਿਹਨਤ ਵੀ ਕਰਨੀ ਆ। ਮਿਹਨਤ ਸਾਨੂੰ ਗੁਰੂ ਸਾਹਿਬਾਂ ਨੇ ਕਰਕੇ ਦਿਖਾਈ ਆ, ਸਾਨੂੰ ਕੁਰਬਾਨੀਆਂ ਕਰਕੇ ਦਿਖਾਈਆਂ ਨੇ। ਸਾਨੂੰ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਕੱਲੀਆਂ ਗੱਲਾਂ ਹੀ ਨਹੀਂ ਦਿੱਤੀਆਂ, ਇਕੱਲੇ ਸਿਧਾਂਤ ਹੀ ਨਹੀਂ ਦਿੱਤੇ, ਸਾਡੇ ਸਾਹਮਣੇ ਪ੍ਰੈਕਟੀਕਲ ਨੇ। ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਦੇਖੀਏ, ਇਹ ਸਾਨੂੰ ਕਰਕੇ ਵੀ ਦਿਖਾਇਆ। ਇਸ ਕਰਕੇ ਇਹ ਕੀ ਧਾਰਨ, ਮੇਰਾ ਕੀ ਇਹਦਾ ਮਤਲਬ, ਕਹਿਣ ਦਾ ਮੰਤਵ ਕੀ ਹੈ ਕਿ ਅਸੀਂ ਐਫਰਟਸ, ਜਿਹੜੀ ਐਫਰਟਸ ਦੀ ਗੱਲ ਕਰਦੇ ਹੋ, ਐਫਰਟਸ ਤਾਂ ਕਰਨੇ ਹੀ ਕਰਨੇ। ਮਿਹਨਤ ਤੋਂ ਤਾਂ ਕਦੇ ਅਸੀਂ ਪਿੱਛੇ ਹਟਣਾ ਹੀ ਨਹੀਂ, ਪਰ ਨਾਲੋਂ ਨਾਲ ਮਿਹਨਤ ਦੇ ਨਾਲ ਜੇ ਉਹਦੀ ਕਿਰਪਾ ਜਿੰਨਾ ਚਿਰ ਨਹੀਂ ਹੁੰਦੀ ਤਾਂ ਸਾਡੀ ਉਹ ਗੱਲ ਨਹੀਂ ਬਣਦੀ। ਜੇ ਅਸੀਂ ਕਹਿ ਲਈਏ ਵੀ ਇਕੱਲੇ ਅਸੀਂ ਮੈਂ ਆਪ ਹੀ ਸਾਰਾ ਕੁਛ ਕਰ ਲਿਆ, ਪਰ ਜੇ ਗੁਰੂ ਦਾ ਰਹਿਮਤ ਹੋਊਗੀ ਨਾਲ, ਇੱਕ ਤੁਹਾਡੀ ਮਿਹਨਤ, ਤੇ ਤਾਂ ਹੀ ਬੰਦਾ ਕਾਮਯਾਬ ਹੁੰਦਾ। ਅਦਰਵਾਈਜ਼ ਤੁਸੀਂ ਦੇਖਿਆ ਹੋ, ਉਦਾਹਰਨਾਂ ਤੁਸੀਂ ਦੇਖੀਆਂ ਹੋਣਗੀਆਂ, ਕਿੰਨੇ ਇੰਟੈਲੀਜੈਂਟ ਲੋਕ ਨੇ ਜਿਹੜੇ ਮੂਰਖਾਂ ਦੇ ਜਾ ਕੇ ਨੌਕਰੀ ਕਰਦੇ ਨੇ। ਕਈ 10 ਪੜ੍ਹੇ ਹੁੰਦੇ ਨੇ, ਜਿਨ੍ਹਾਂ ਦੇ ਕੋਲੇ ਜਿਹੜੇ MBA ਮਾਰਕੀਟਿੰਗ ਵਾਲੇ, MBA ਤੱਕ ਦੇ ਜਿਹੜੇ ਬੰਦੇ ਨੇ, ਜਿਨ੍ਹਾਂ ਦੇ ਥੱਲੇ ਕੰਮ ਕਰਦੇ ਨੇ। ਦੇਖੋ ਪਰਮਾਤਮਾ ਦੇ ਰੰਗ ਦੇਖੋ। ਹੁਣ ਕਹਿ ਲਓ ਉਹਨਾਂ ਦੇ ਐਫਰਟਸ ਵੀ ਕਹਿ ਲਓ ਜਾਂ ਕੁਛ ਕਹਿ ਲਓ, ਇਸ ਨੂੰ ਕਿਸ ਪ੍ਰਸੰਗ ਦੇ ਵਿੱਚ ਤੁਸੀਂ ਲੈ ਲਓ, ਇਹ ਤਾਂ ਪਰਮਾਤਮਾ ਦੇ ਕੁਛ ਗੱਲਾਂ ਉਸ ਦੇ ਵੀ ਹੱਥ ਨੇ। ਤੇ ਸਾਡੇ ਹੱਥ ਕੀ ਆ ਕਿ ਅਸੀਂ ਲਗਾਤਾਰ ਯਤਨ ਕਰੀਏ, ਲਗਾਤਾਰ ਯਤਨ ਕਰੀਏ। ਅਸੀਂ ਮਿਹਨਤ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ, ਕੱਲੀਆਂ ਗੱਲਾਂ ਹੀ ਨਹੀਂ ਕਰਨੀਆਂ। ਅਰਦਾਸ ਕਰਨੀ ਸਿੱਖ ਦਾ ਬਹੁਤ ਜ਼ਰੂਰੀ, ਸਾਡਾ ਇੱਕ ਅੰਗ ਆ ਅਰਦਾਸ। ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ। ਇਹ ਜੇ ਕੋਈ ਸਾਨੂੰ ਮਿਸਗਾਈਡ ਕਰੇ, ਨਹੀਂ ਤੁਸੀਂ ਇਕੱਲੀ ਮਿਹਨਤ ਨਹੀਂ, ਅਸੀਂ ਗੁਰੂ ਦਾ ਲੜ ਕਿਸੇ ਵੀ ਸਮੇਂ ਤੇ ਨਹੀਂ ਛੱਡਣਾ। ਮਿਹਨਤ ਵੀ ਕਰਨੀ ਆ, ਪਰ ਅਸੀਂ ਗੁਰੂ ਦੀ ਸਿੱਖਿਆ ਨੂੰ ਨਾਲ ਲੈ ਕੇ ਕਰਨੀ ਆ। ਨਹੀਂ ਤਾਂ ਅਸੀਂ ਜ਼ਿੰਦਗੀ 'ਚ ਹੋ ਸਕਦਾ ਕਿਤੇ ਨਾ ਕਿਤੇ ਅਸੀਂ ਧੋਖਾ ਖਾ ਲਾਂਗੇ। ਵੈਸੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ, IAS PCS, ਮੈਂ ਤੁਸੀਂ ਅਖਬਾਰ ਪੜ੍ਹਦੇ ਸੁਣਦੇ ਹੋਵੋਗੇ, ਅਖਬਾਰ ਪੜ੍ਹਦੇ ਹੋ, ਖਬਰਾਂ ਦੇਖਦੇ ਹੋਵੋਗੇ, IAS ਜਿਹੜੇ DC ਦੀ ਪੋਸਟ ਤੇ ਕੰਮ ਕਰਦੇ ਨੇ, ਉਹ ਸੁਸਾਈਡ ਕਰਦੇ ਦੇਖੇ ਨੇ ਅਸੀਂ, ਗਲ 'ਚ ਰੱਸਾ ਪਾ ਕੇ ਮਰ ਜਾਂਦੇ ਨੇ। ਮਿਹਨਤ ਤਾਂ ਉਹਨਾਂ ਨੇ ਵੀ ਕੀਤੀ ਆ। ਕਿਸੇ ਪੁਲਿਸ ਅਫਸਰ ਤੁਸੀਂ ਦੇਖੇ ਹੋਣਗੇ, ਕਿੰਨੀਆਂ ਅਖਬਾਰ 'ਚ ਖਬਰਾਂ ਆਉਂਦੀਆਂ, ਫਲਾਣੇ ਪੁਲਿਸ ਅਫਸਰ ਨੇ ਖੁਦਕੁਸ਼ੀ ਕਰ ਲਈ, ਆਪਣੀ ਪਤਨੀ ਨੂੰ ਗੋਲੀ ਮਾਰੀ, ਖੁਦ ਆਪਣੇ ਗੋਲੀ ਮਾਰ ਕੇ, ਆਪਣੇ ਬੱਚਿਆਂ ਨੂੰ ਗੋਲੀ ਮਾਰ ਕੇ ਪਰਿਵਾਰ ਖਤਮ ਕਰ ਲਿਆ। ਉਹਨੇ ਮਿਹਨਤ ਤਾਂ ਕੀਤੀ, ਪਰ ਜੇ ਕਿਤੇ ਉਹਦੇ ਕੋਲੇ ਗੁਰੂ ਦੀ ਸਿੱਖਿਆ ਹੁੰਦੀ ਤਾਂ ਆਹ ਕੰਮ ਨਹੀਂ ਸੀ ਹੋਣਾ। ਹੋ ਸਕਦਾ ਤੁਸੀਂ ਕਿਸੇ ਜ਼ਿੰਦਗੀ ਦੇ ਮੁਕਾਮ ਤੇ ਪਹੁੰਚ ਕੇ ਵੀ ਤੁਸੀਂ ਫੇਲ ਹੋ ਜਾਓ, ਜੇਕਰ ਤੁਹਾਡੇ ਕੋਲ ਗੁਰੂ ਦੀ ਸਿੱਖਿਆ ਨਹੀਂ ਹੈਗੀ। ਉਹ ਗੁਰੂ ਦੀ ਸਿੱਖਿਆ ਤੋਂ ਬਿਨਾਂ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਤੁਸੀਂ, ਤੁਹਾਡੇ 'ਚ ਸਥਿਰਤਾ ਆ ਜੂਗੀ। ਇਸ ਕਰਕੇ ਸਾਨੂੰ ਅਰਦਾਸ ਕਰਨੀ ਬਣਦੀ ਆ, ਪਰਮਾਤਮਾ ਸਾਨੂੰ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਇਹ ਜ਼ਰੂਰ ਕਰਕੇ ਰੱਖੀ। ਬਾਕੀ ਸਾਡਾ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਤਾਂ ਸਾਡਾ ਇੱਕ ਅਟੁੱਟ ਅੰਗ ਹੈ, ਤਾਂ ਅਸੀਂ ਰੱਖਣਾ ਹੀ ਰੱਖਣਾ। ਹਾਂਜੀ ਬੱਚੇ। ਹਾਂਜੀ ਵਾਹਿਗੁਰੂ ਜੀ। ਹਾਂਜੀ, ਸਾਰੇ ਬੱਚੇ ਜਿਹੜੇ ਅਟੈਂਡੈਂਸ ਲਗਾ ਰਹੇ ਨੇ, ਤੇ ਵੀਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਪੰਜਾਬ, ਬਹੁਤ ਬਹੁਤ ਧੰਨਵਾਦ ਵੀਰ ਸਰਬਜੀਤ ਸਿੰਘ ਜੀ ਦਾ, ਧੰਨਵਾਦ ਜਿਨ੍ਹਾਂ ਨੇ ਵੀਰ ਜੀਆਂ ਦੇ ਦਰਸ਼ਨ ਕਰਵਾਏ ਨੇ, ਵਿਚਾਰਾਂ ਦੇ ਨਾਲ ਸਾਂਝ ਪਵਾਈ ਆ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਇੱਥੇ ਸਮੇਂ ਦੀ ਸਮਾਪਤੀ ਹੈ ਜੀ। ਸਾਰੇ ਬੱਚਿਆਂ ਨੂੰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਸਕਰੀਨ ਸ਼ੇਅਰ ਕੀਤੀ ਜਾਵੇਗੀ। ਸਾਰੇ ਬੱਚਿਆਂ ਨੇ ਆਪਣੇ
ਫੋਨ ਨੰਬਰ ਹੈ ਜਿਹੜਾ ਨੋਟ ਕਰਨਾ ਹੈ ਜੀ। ਜਿਹੜੇ ਬੱਚੇ ਜਿਹੜੇ ਵਾਈਸੀ ਦੇ ਕੰਟੈਕਟ ਦੇ ਵਿੱਚ ਨੇ ਉਹ ਆਪਣੇ ਵਾਈਸੀ ਨੂੰ ਜੋ ਵੀ ਆਪਣਾ ਟੌਪਿਕ ਬੋਲਣਾ ਹੈ ਉਹ ਸ਼ੇਅਰ ਕਰਨਗੇ। ਪਹਿਲਾਂ ਆਪਣੇ ਵਾਈਸੀ ਨੂੰ ਭੇਜਣਗੇ ਜੀ, ਵਾਈਸੀ ਦੇ ਥਰੂ ਜਿਹੜਾ ਸਮਾਂ ਲੈਣਗੇ ਜੀ। ਤੇ ਦੂਸਰਾ ਜਿਹੜੇ ਬੱਚਿਆਂ ਦਾ ਸਿੱਧੇ ਜੁੜੇ ਨੇ ਕੈਂਪ ਦੇ ਨਾਲ, ਕਿਸੇ ਵਾਈਸੀ ਦੇ ਨਾਲ ਕੋਈ ਕੰਟੈਕਟ ਨਹੀਂ ਹੈਗਾ, ਤੇ ਉਹਨਾਂ ਦੇ ਲਈ ਤੀਸਰਾ ਨੰਬਰ 78884 91761 ਇਹ ਨੰਬਰ ਦਿੱਤਾ ਗਿਆ, ਤੀਸਰਾ ਨੰਬਰ। ਸੋ ਇਹ ਬੱਚੇ ਇਹ ਨੰਬਰ ਨੋਟ ਕਰਨਗੇ ਜੀ, ਤੇ ਇੱਥੇ ਆਪਣੀ ਜਿਹੜੀ ਫੀਡਬੈਕ ਵੀ ਭੇਜ ਸਕਦੇ ਆ ਕੈਂਪ ਦੀ। ਤੇ ਨਾਲ ਜੇ ਕੋਈ ਉਹਨਾਂ ਨੇ ਟੌਪਿਕ ਬੋਲਣਾ ਹੈ ਜਾਂ ਜਾਪ ਦੀ ਸੇਵਾ ਲੈਣੀ ਹੈ, ਕੀਰਤਨ ਦੀ ਸੇਵਾ ਲੈਣੀ ਹੈ, ਤਾਂ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਨਗੇ ਜੀ। ਕਿਉਂਕਿ ਜਿਹੜੇ ਬੱਚੇ ਸਿੱਧੇ ਜੁੜੇ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਕਿ ਅਸੀਂ ਕਿਹਦੇ ਕੋਲੇ ਦੱਸੀਏ, ਨੋਟ ਕਰਵਾਈਏ, ਤਾਂ ਉਹ ਬੱਚਿਆਂ ਨੂੰ ਇਹ ਨੰਬਰ ਆ ਜਿਹੜਾ ਨੋਟ ਕਰਵਾਇਆ ਗਿਆ ਕਿ ਉਹ ਨੋਟ ਕਰਨ ਕਿ ਅਸੀਂ ਆਪਣਾ ਟੌਪਿਕ ਹੈ ਇਸ ਵਿਸ਼ੇ ਤੇ, ਕਿਸ ਵਿਸ਼ੇ ਤੇ ਬੋਲਣਾ ਹੈ, ਕਿੱਥੋਂ ਅਸੀਂ ਬੋਲਣਾ ਹੈ, ਤਾਂ ਇੱਥੇ ਆਪਣਾ ਸੰਪਰਕ ਕਰ ਸਕਦੇ ਆ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।